ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਟਰੱਕ ਕਨਵੋਏ ਅੱਜ ਫੇਰ ਚਰਚਾ ਦਾ ਵਿਸ਼ਾ ਰਿਹਾ। ਸਭ ਤੋਂ ਵੱਡੀ ਖਬਰ ਇਹਦੇ ਵਿੱਚ ਇਹ ਆ ਰਹੀ ਆ ਕਿ ਜਿਹੜਾ 10 ਮਿਲੀਅਨ ਦੇ ਕਰੀਬ ਗੋ ਫੰਡਮੀ ਪੇਜ ਦੇ ਉੱਤੇ ਫੰਡ ਇਕੱਠਾ ਹੋਇਆ ਸੀ, ਉਹ ਉਹਨਾਂ ਨੇ ਰੋਕ ਲਿਆ। ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਨਹੀਂ ਦੇ ਸਕਦੇ। 1,20,000 ਦੇ ਕਰੀਬ ਡੋਨਰ ਸੀਗੇ ਜਿਨ੍ਹਾਂ ਨੇ ਫੰਡ ਦਿੱਤਾ ਸੀ, ਅਤੇ ਉਹ ਕਹਿੰਦੇ ਸਾਡੀ ਇਹ ਸ਼ਰਤ ਇਹ ਆ ਜਾਂ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਲਿਖਿਆ ਆ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਦੀ ਵੀ ਵਾਇਓਲੇਸ਼ਨ, ਹਿੰਸਾ ਨਹੀਂ ਪ੍ਰਮੋਟ ਕਰਦਾ ਚਾਹੀਦਾ। ਉਸ ਕੰਮ ਲਈ ਫੰਡ ਨਹੀਂ ਇਕੱਠਾ ਕੀਤਾ ਜਾ ਸਕਦਾ। ਗੋ ਫੰਡਮੀ ਪੇਜ ਇੱਕ ਪੇਜ ਆ, ਇੱਕ ਵੈਬਸਾਈਟ ਆ। ਉਸ ਵੈਬਸਾਈਟ ਦੇ ਉੱਤੇ ਜਦੋਂ ਕਿਸੇ ਨੂੰ ਕੋਈ ਮਦਦ ਦੀ ਲੋੜ ਹੁੰਦੀ ਆ, ਉਹਦੇ ਉੱਤੇ ਜਾ ਕੇ ਉਹ ਆਪਣੀ ਫੋਟੋ, ਆਪਣੀ ਗੱਲਬਾਤ ਲਿਖ ਦਿੰਦਾ ਵੀ ਮੈਂ ਆਹ ਹੈਗਾ ਅਤੇ ਇਸ ਕਰਕੇ ਮੈਨੂੰ ਪੈਸਿਆਂ ਦੀ ਲੋੜ ਆ, ਕਿਰਪਾ ਕਰਕੇ ਮੈਨੂੰ ਦਾਨ ਦਿੱਤਾ ਜਾਵੇ। ਫਿਰ ਉਹ ਗੱਲ ਅੱਗੇ ਸਾਂਝੀ ਕਰ ਦਿੰਦੇ ਆ ਅਤੇ ਲੋਕ ਜਿਹਦਾ ਵੀ ਜੀਅ ਕਰਦਾ ਫਿਰ ਉੱਥੇ ਜਾ ਕੇ ਦਾਨ ਦੇ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਇਹਨਾਂ ਨੇ ਆਪਣਾ ਪੇਜ ਬਣਾਇਆ ਸੀ। ਜਿਹੜੇ ਇਹ ਵੈਕਸੀਨ ਦਾ ਵਿਰੋਧ ਕਰਨ ਵਾਲੇ ਆ, ਅਤੇ ਇਹਨਾਂ ਨੇ ਉਸ ਥਾਂ ਦੇ ਉੱਤੇ ਫਿਰ ਲੋਕਾਂ ਨੇ ਇਹਨਾਂ ਨੂੰ ਡੋਨੇਸ਼ਨ ਦੇਣੀ ਸ਼ੁਰੂ ਕਰਤੀ, ਜਿਹੜੀ ਕਿ 10 ਮਿਲੀਅਨ ਦੇ ਕਰੀਬ ਪਹੁੰਚ ਗਈ। 1 ਮਿਲੀਅਨ ਪਹਿਲਾਂ ਇਹਨਾਂ ਨੂੰ ਗੋ ਫੰਡਮੀ ਨੇ ਦੇ ਦਿੱਤਾ ਸੀ, ਅਤੇ ਹੁਣ ਉਹਨਾਂ ਨੇ ਜਿਹੜੀ ਕਹਿ ਦਿੱਤਾ ਅੱਜ ਕਿ ਅਸੀਂ ਇਹ ਨਹੀਂ ਦੇ ਸਕਦੇ। ਜੇ ਕਿਸੇ ਨੇ, ਜਿਨ੍ਹਾਂ ਨੇ ਵੀ ਉਹ ਦਾਨ ਦਿੱਤਾ ਸੀ, ਉਹ ਵਾਪਸ ਲੈ ਲਓ, ਸਾਨੂੰ ਦੱਸ ਦਿਓ ਅਤੇ ਅਸੀਂ ਉਹ ਵਾਪਸ ਕਰ ਦਿਆਂਗੇ। ਅਸੀਂ ਹੁਣ ਇਹਨਾਂ ਨੂੰ, ਮਤਲਬ ਟਰੱਕਰਸ ਨੂੰ, ਜਿਹੜੇ ਵੀ ਲੋਕ ਉੱਥੇ ਬੈਠੇ ਆ ਧਰਨਾ ਦੇ ਕੇ ਆਟਵਾ ਦੇ ਵਿੱਚ, ਇਹਨਾਂ ਨੂੰ ਅਸੀਂ ਨਹੀਂ ਦੇ ਸਕਦੇ। ਇੱਕ ਬਹੁਤ ਵੱਡੀ ਖਬਰ ਆ ਆਪਣੇ ਆਪ ਦੇ ਵਿੱਚ। ਕੈਨੇਡਾ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡੀ ਰਕਮ ਵਾਲਾ ਫੰਡ ਇਕੱਠਾ ਹੋਇਆ ਸੀ, ਜਿਹਨੂੰ ਕਿ ਉਹਨਾਂ ਨੇ ਅੱਜ ਰੋਕ ਦਿੱਤਾ। ਪਹਿਲਾਂ ਗੱਲਾਂ ਬਾਤਾਂ ਆਉਂਦੀਆਂ ਸੀ ਕਿ ਫਰੀਜ਼ ਕਰ ਦਿੱਤਾ, 2 ਦਿਨ ਫਰੀਜ਼ ਕੀਤੇ ਨੂੰ ਹੋਏ ਸੀ। ਉਹਦੇ ਤੋਂ ਪਹਿਲਾਂ 1 ਮਿਲੀਅਨ ਦੇ ਦਿੱਤਾ ਸੀ ਕਿ ਜਿਹੜੇ ਟਰੱਕਰਸ ਦਾ ਤੇਲ ਪਾਣੀ, ਉਹਨਾਂ ਦਾ ਕੋਈ ਰੋਟੀ ਪਾਣੀ ਦਾ ਖਰਚਾ ਇਹਦੇ ਵਿੱਚੋਂ ਕੀਤਾ ਜਾਊਗਾ। ਅਤੇ ਹੁਣ ਉਹ ਕਹਿੰਦੇ ਸਾਡੇ ਸੋਰਸਿਸ ਦੱਸ ਰਹੇ ਆ, ਜਿਹੜਾ ਕਾਨੂੰਨ ਦੇ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਇਹ ਗਲਤ ਕਰ ਰਹੇ, ਵਾਇਓਲੇਸ਼ਨ ਕਰ ਰਹੇ, ਹਿੰਸਾ ਕਰ ਰਹੇ ਆ, ਅਤੇ ਅਸੀਂ, ਮਤਲਬ ਇੱਕ ਆਰਗੇਨਾਈਜੇਸ਼ਨ ਹੀ ਹੈ, ਉਹ ਸੰਸਥਾ ਹੀ ਹੈ ਜਿਹੜੀ ਵੈਬਸਾਈਟ ਚਲਾਉਂਦੀ ਹੈ ਗੋ ਫੰਡਮੀ। ਉਹ ਕਹਿੰਦੇ ਵੀ ਅਸੀਂ ਹੁਣ ਇਸ ਕੰਮ ਦੇ ਵਿੱਚ ਹਿੱਸੇਦਾਰ ਨਹੀਂ ਬਣ ਸਕਦੇ ਕਿ ਕੈਨੇਡਾ ਦੇ ਵਿੱਚ ਹਿੰਸਾ ਫੈਲਾਉਣ ਦੇ ਵਿੱਚ ਮਦਦ ਅਸੀਂ ਕਰਦੇ ਹੋਈਏ ਅਤੇ ਅਸੀਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਦਈਏ। ਇਹ ਇੱਕ ਬਹੁਤ ਵੱਡੀ ਅਪਡੇਟ ਉਹਦੇ ਵਿੱਚ ਆਈ ਆ। ਦੂਜੀ ਗੱਲ, ਅੱਜ ਸਵੇਰ ਤੋਂ ਹੀ ਖਬਰਾਂ ਆ ਰਹੀਆਂ ਕਿ 150 ਦੇ ਕਰੀਬ ਹੋਰ ਐਡੀਸ਼ਨਲ ਪੁਲਿਸ ਆਫਿਸਰ ਉੱਥੇ ਪੈਟਰੋਲ ਦੇ ਉੱਤੇ ਆਟਵਾ ਦੇ ਵਿੱਚ ਲਾਏ ਗਏ ਆ। ਇੱਕ ਹੋਰ ਹੁਣ ਵੀਕਐਂਡ ਦੇ ਉੱਤੇ, ਅੱਜ ਸ਼ੁੱਕਰਵਾਰ ਆ, ਕੱਲ੍ਹ ਨੂੰ ਸ਼ਨੀਵਾਰ ਨੂੰ ਫਿਰ ਕਹਿੰਦੇ ਪ੍ਰੋਟੈਸਟ ਵੱਡਾ ਹੋ ਸਕਦਾ। ਆਟਵਾ ਦੇ ਵਿੱਚ ਹੀ ਨਹੀਂ, ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਇਹ ਪ੍ਰੋਟੈਸਟ ਹੋ ਰਿਹਾ ਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੁਲਿਸ ਲੱਗੀ ਹੈ, ਕਈ ਥਾਵਾਂ ਦੇ ਉੱਤੇ ਅੱਜ ਹੀ ਪ੍ਰੋਟੈਸਟ ਹੋਣਾ ਸ਼ੁਰੂ ਹੋ ਗਿਆ ਆ। ਇਹ ਗੱਲ ਸਮਝ ਨਹੀਂ ਆਉਂਦੀ ਕਿ ਗਿਣਤੀ ਇਹਨਾਂ ਦੀ ਬਹੁਤ ਥੋੜ੍ਹੀ ਸੀ, ਪਰ ਇੰਨੇ ਵੱਡੇ ਪੱਧਰ ਦੇ ਉੱਤੇ ਆਰਗੇਨਾਈਜ਼ ਕਿੱਦਾਂ ਹੋ ਗਏ। ਅਮਰੀਕਾ ਦੇ ਵਿੱਚ ਵੀ ਐਸੇ ਤਰਸ ਦੇ ਉੱਤੇ ਕਿਤੇ ਨਾ ਕਿਤੇ ਇਸ ਵੀਕਐਂਡ ਦੇ ਉੱਤੇ ਗੱਲਬਾਤ ਚੱਲ ਰਹੀ ਆ ਕਿ ਉੱਥੇ ਵੀ ਕੁਝ ਥਾਵਾਂ ਦੇ ਉੱਤੇ ਇਹ ਪ੍ਰੋਟੈਸਟ ਹੋ ਸਕਦੇ ਆ। ਹੁਣ ਜਿਹੜਾ ਸਭ ਤੋਂ ਵੱਧ ਉੱਥੇ ਜਿਸ ਤਰੀਕੇ ਨਾਲ ਇਫੈਕਟ ਪਿਆ ਆਟਵਾ ਦੇ ਵਿੱਚ, ਜਿਹੜੇ ਲੋਕ ਨੇ ਉਹ ਇਸ ਗੱਲ ਤੋਂ ਕਾਫੀ ਪਰੇਸ਼ਾਨ ਨੇ। ਹੁਣ ਕੀਤਾ ਇਹ ਜਾ ਰਿਹਾ, ਕੱਲ੍ਹ ਭਾਵੇਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਆਰਮੀ ਇਹਦੇ ਵਿੱਚ ਨਹੀਂ ਇਨਵੋਲਵ ਕਰ ਰਹੇ, ਅਜੇ ਤੱਕ ਆਰਮੀ ਨੂੰ ਇਹਦੇ ਵਿੱਚ ਨਹੀਂ ਇਨਵੋਲਵ ਕੀਤਾ ਜਾ ਰਿਹਾ। ਪਰ ਹੁਣ ਉੱਥੋਂ ਪੁਲਿਸ ਜਿਹੜੇ ਟਰੱਕ ਖੜ੍ਹੇ ਆ ਉਹਨਾਂ ਨੂੰ ਟੋ ਕਰਨ ਬਾਰੇ ਸੋਚ ਰਹੀ ਵੀ ਇਹਨਾਂ ਨੂੰ ਟੋ ਕੀਤਾ ਜਾਵੇ, ਅਤੇ ਉਹਦੇ ਲਈ ਫਿਰ ਜਾਂ ਤਾਂ ਸਿਟੀ ਕੋਲ ਜਿੰਨੀ ਕੁ ਫੈਸਿਲਿਟੀ ਆ ਟੋ ਕਰਨ ਦੀ, ਉਹ, ਅਤੇ ਦੂਜਾ ਉਹਨਾਂ ਨੇ ਉੱਥੇ ਲੋਕਲ ਟੋਇੰਗ ਕੰਪਨੀਜ਼ ਨੂੰ ਕਿਹਾ ਆ ਕਿ ਤੁਸੀਂ ਸਾਡੀ ਮਦਦ ਕਰੋ, ਅਤੇ ਜਿਹੜੇ ਟਰੱਕ ਇੱਥੇ ਆਲੇ ਦੁਆਲੇ ਪਾਰਲੀਮੈਂਟ ਹਿੱਲਦੇ ਇਹਨਾਂ ਨੇ ਲਾਏ ਆ, ਇਹਨਾਂ ਨੂੰ ਬਾਹਰ ਕੱਢ ਦਈਏ। ਇਸ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਆਈ ਹੈ ਕਿ ਜਿਹੜੀਆਂ ਲੋਕਲ ਟੋਇੰਗ ਕੰਪਨੀਜ਼ ਆ ਉੱਥੇ ਦੀਆਂ, ਉਹਨਾਂ ਨੇ ਆਟਵਾ ਪੁਲਿਸ ਦੀ ਇਸ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ, ਰਿਜੈਕਟ ਕਰ ਦਿੱਤਾ ਕਿ ਅਸੀਂ ਫਰੀਡਮ ਕਨਵੋਏ, ਜਿਹਨੂੰ ਸੋ ਕਾਲਡ ਕਿਹਾ ਜਾਂਦਾ, ਇਹਨਾਂ ਦੇ ਟਰੱਕਾਂ ਨੂੰ ਪਰੇ ਨਹੀਂ ਹਟਾ ਸਕਦੇ। ਇੱਕ ਸੀਨੀਅਰ ਪੁਲਿਸ ਆਫਿਸਰ ਨੇ ਇਹ ਗੱਲਬਾਤ ਸਾਂਝੀ ਕੀਤੀ ਹੈ, ਅਤੇ ਪੁਲਿਸ ਨੇ ਹੁਣ ਜਦੋਂ ਹੀ ਡਿਸਾਈਡ ਕੀਤਾ ਕਿ ਇਹਨਾਂ ਟਰੱਕਸ ਨੂੰ ਟੋ ਕੀਤਾ ਜਾਵੇ ਡਾਊਨਟਾਊਨ ਦੀਆਂ ਸਟਰੀਟਸ ਤੋਂ ਉੱਤੋਂ ਜਿੱਥੇ ਇਹ ਜਮ੍ਹਾਂ ਹੋਏ ਆ, ਪਰ ਉਹਨਾਂ ਦੇ ਕੋਲ ਜਿਹੜੇ ਟੋਇੰਗ ਕੰਪਨੀ ਦੇ ਟੋ ਟਰੱਕ ਹੀ ਇੰਨੇ ਅਵੇਲੇਬਲ ਨਹੀਂ ਹੈ ਜਿਹੜੇ ਉਹਨਾਂ ਨੂੰ ਕਰ ਸਕਣ। ਸੋ ਆਊਟਰੀਚ ਕੀਤਾ ਸੀ ਉਹਨਾਂ ਨੇ ਟੋ ਟਰੱਕ ਕੰਪਨੀ ਨੂੰ ਸ਼ਹਿਰ ਦੇ ਵਿੱਚ, ਅਤੇ ਉੱਥੋਂ ਉਹਨਾਂ ਨੂੰ ਨਿਰਾਸ਼ਾ ਸਾਹਮਣੇ ਆਈ ਆ, ਅਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕਰਨ ਬਾਰੇ ਸੋਚ ਰਹੀ ਹੈ ਕਿ ਇਹ ਜਿਹੜੀਆਂ ਟੋ ਟਰੱਕ ਕੰਪਨੀਜ਼ ਨੇ, ਜਿਹੜੀਆਂ ਟੋ ਕਰਨ ਵਾਲੀਆਂ ਕੰਪਨੀਆਂ ਨੇ, ਇਹ ਪੁਲਿਸ ਨੂੰ ਨਾ ਕਿਵੇਂ ਕਰ ਦੇਣ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਆ ਇਸ ਵੇਲੇ, ਅਤੇ ਇਹ ਸਾਡੇ ਨਾਲ ਕੋਆਪਰੇਟ ਕਿਉਂ ਨਹੀਂ ਕਰ ਰਹੀਆਂ, ਸਾਡੀ ਮਦਦ ਕਿਉਂ ਨਹੀਂ ਕਰ ਰਹੀਆਂ। ਇਸ ਗੱਲਬਾਤ ਦੀ ਵੀ ਇਨਵੈਸਟੀਗੇਸ਼ਨ ਉਹਨੇ ਲਾਂਚ ਕਰ ਦਿੱਤੀ ਆ। ਪੁਲਿਸ ਜਿਹੜੀ ਆ ਇਕੱਲੇ ਜਿਹੜੇ ਸਿਟੀ ਓਨ ਟੋ ਟਰੱਕ ਨੇ ਉਹਨਾਂ ਨੂੰ ਐਕਸੈਸ ਕਰ ਸਕਦੀ ਹੈ, ਉਹਨਾਂ ਦੇ ਨਾਲ ਹੀ ਮਦਦ ਲੈ ਸਕਦੀ ਹੈ, ਜਿਹੜੇ ਕਿ ਬਹੁਤ ਜ਼ਿਆਦਾ ਨਹੀਂ ਆ। ਇਹ ਵੀ ਇੱਕ ਵੱਡਾ ਕੰਸਰਨ ਉੱਥੇ ਜਿਹੜਾ ਦੇਖਣ ਨੂੰ ਸਾਹਮਣੇ ਮਿਲਿਆ ਆ। ਹੁਣ ਇੱਕ ਹੋਰ ਇਹਦੇ ਨਾਲ ਹੀ ਕੁਝ ਹੋਰ ਪਲਾਨਸ ਜਿਹੜੇ ਉੱਥੇ ਬਣ ਰਹੇ ਆ, ਜਿਹੜੇ ਵੱਡੇ ਇੰਡਸਟਰੀਅਲ ਟੋ ਟਰੱਕਸ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਵੇਲੇਬਲ ਕਰਵਾਇਆ ਜਾ ਰਿਹਾ ਤਾਂ ਕਿ ਇਹਨਾਂ ਨੂੰ ਉੱਥੋਂ ਪਰੇ ਕੀਤਾ ਜਾ ਸਕੇ। ਆਟਵਾ ਪੁਲਿਸ ਦੇ ਡਿਪਟੀ ਚੀਫ ਸਟੀਵ ਬੈਲ ਨੇ ਕਿਹਾ ਅੱਜ ਸ਼ੁੱਕਰਵਾਰ ਨੂੰ 200 ਤੋਂ 250 ਟਰੱਕ ਡਾਊਨ ਟਾਊਨ ਦੇ ਬਿਲਕੁਲ ਸੈਂਟਰ ਦੇ ਵਿੱਚ ਪਾਰਕ ਕੀਤੇ ਆ,
ਪੁਲਿਸ ਆਸ ਕਰ ਰਹੀ ਆ ਕਿ ਜਿਹੜੇ 300 ਤੋਂ 400 ਟਰੱਕ ਡਰਾਈਵਰ ਆ ਉਹ ਡਾਊਨਟਾਊਨ ਦੇ ਵੱਲ ਨੂੰ ਆਪਣਾ ਰਸਤਾ ਬਣਾ ਸਕਦੇ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਹੁਣ ਆਟਵਾ ਦੇ ਵਿੱਚ ਪ੍ਰੋਟੈਸਟ ਤਾਂ ਹੋ ਰਿਹਾ, ਮੈਨੀਟੋਬਾ ਦੇ ਲੈਜਿਸਲੇਸ਼ਨ ਦੇ ਬਾਹਰ ਵੀ, ਮੈਨੀਟੋਬਾ ਦੀ ਕੈਪੀਟਲ ਦੇ ਬਾਹਰ ਵੀ ਇਹ ਅੱਜ ਪ੍ਰੋਟੈਸਟ ਉੱਥੇ ਚੱਲ ਰਿਹਾ। ਦੱਸਿਆ ਜਾ ਰਿਹਾ ਕਿ 22-24 ਟਰੱਕ ਉੱਥੇ ਖੜੇ ਆ ਤੇ ਉਹਨਾਂ ਨੇ ਵੀ ਰਸਤਾ ਬਲੌਕ ਕੀਤਾ ਆ ਲੈਜਿਸਲੇਚਰ ਦੀ ਗਰਾਊਂਡ ਦੇ ਉੱਤੇ, ਨੇੜੇ ਦੀ ਸਟਰੀਟ ਦੇ ਉੱਤੇ। ਬਹੁਤ ਸਾਰੇ ਉਹਨਾਂ ਦੇ ਉੱਤੇ ਕੈਨੇਡੀਅਨ ਤੇ ਅਮਰੀਕਾ ਦੇ ਝੰਡੇ ਇਹਨਾਂ ਟਰੱਕਾਂ ਦੇ ਉੱਤੇ ਲੱਗੇ ਆ ਤੇ ਬਹੁਤ ਸਾਰੇ ਸਾਈਨ ਉਹਨਾਂ ਦੇ ਹੱਥਾਂ ਦੇ ਵਿੱਚ ਫੜੇ ਆ, ਮੈਂਡੇਟ ਫਰੀडम ਤੇ ਜਾਂ ਕੁਝ ਟਰੱਕ ਜਿਹੜੇ ਆ ਉਹਨਾਂ ਦੇ ਹੌਰਨ ਕਹਿੰਦੇ ਇੰਨੇ ਉੱਚੀ ਉਹਨਾਂ ਨੇ ਲਾਏ ਆ ਜਿਸ ਤਰੀਕੇ ਨਾਲ ਕਿਸੇ ਟ੍ਰੇਨ ਦਾ ਹੌਰਨ, ਟ੍ਰੇਨ ਦਾ ਜਿਹੜਾ ਉਹ ਵੱਜਦਾ ਹੋਵੇ, ਤੇ ਉਹ ਇੰਨਾ ਜ਼ਿਆਦਾ ਉੱਥੇ ਡਿਸਟਰਬੈਂਸ ਮੈਨੀਟੋਬਾ ਦੇ ਵਿੱਚ ਵੀ ਇਹ ਹੋ ਰਿਹਾ ਆ। ਦੂਜੇ ਪਾਸੇ ਜਿੱਥੇ ਵਿਨੀਪੈਗ ਦੇ ਵਿੱਚ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ, ਉੱਥੇ ਜਿਹੜਾ ਕਾਊਂਟਰ ਪ੍ਰੋਟੈਸਟ ਵੀ ਹੋ ਰਿਹਾ ਆ। ਹੁਣ ਇੱਕ ਪਾਸੇ ਤਾਂ ਇਹ ਪ੍ਰੋਟੈਸਟ ਹੋ ਰਿਹਾ ਕਿ ਇਹ ਟਰੱਕਰਸ ਜਿਹੜੇ ਕਹਿ ਰਹੇ ਕਿ ਸਾਨੂੰ ਵੈਕਸੀਨ ਤੋਂ ਨਿਜਾਤ ਦਿੱਤੀ ਜਾਵੇ, ਤੇ ਉਹਦੇ ਨਾਲ ਜਿਹੜੇ ਰਾਈਟ ਵਿੰਗ ਆ ਉਹ ਰਲ ਗਏ ਆ, ਉਹਦੇ ਕਾਊਂਟਰ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਆ ਕਿ ਜੇ ਤੁਸੀਂ ਮੁਜ਼ਾਹਰਾ ਕਰ ਰਹੇ ਆ ਤੇ ਅਸੀਂ ਵੀ ਮੁਜ਼ਾਹਰਾ ਕਰ ਰਹੇ ਹਾਂ, ਜਿਹੜੇ ਇਹ ਕਹਿੰਦੇ ਆ ਕਿ ਵੈਕਸੀਨ ਲਵਾਉਣੀ ਚਾਹੀਦੀ ਆ। ਮੈਨੀਟੋਬਾ ਦੇ ਵਿੱਚ ਅੱਜ ਹੀ ਇੱਦਾਂ ਦਾ ਇੱਕ ਪ੍ਰੋਟੈਸਟ ਦੇਖਣ ਨੂੰ ਮਿਲਿਆ, ਜਿਹਦੇ ਵਿੱਚ ਦੱਸਦੇ 12 ਕੁ ਲੋਕ ਸੀਗੇ, ਭਾਵੇਂ ਥੋੜ੍ਹੇ ਸੀਗੇ ਪਰ ਉਹਨਾਂ ਤੋਂ ਥੋੜ੍ਹੀ ਜਿਹੀ ਦੂਰ ਉਹ ਪ੍ਰੋਟੈਸਟ ਕਰ ਰਹੇ ਸੀਗੇ ਤੇ ਉਹ ਗੈਟ ਵੈਕਸਡ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਜਿਹੜੇ ਨਾਅਰੇ ਫੜੇ ਸੀਗੇ ਤੇ ਦੂਜੀਆਂ ਹੋਰ ਵੀ ਇੱਦਾਂ ਦੇ ਨਾਅਰੇ ਜਿਹੜੇ ਕਿ ਵੈਕਸੀਨ ਦੇ ਹੱਕ ਦੇ ਵਿੱਚ ਸੀਗੇ, ਉਹ ਆਪਣਾ ਪੱਖ ਇਸ ਵੇਲੇ ਉੱਥੇ ਦੱਸ ਰਹੇ ਆ। ਕਿਊਬਿਕ ਦੇ ਮੇਅਰ ਨੇ ਵੀ ਕਿਹਾ ਇਹ ਕਿ ਜਿਹੜਾ ਰੈਜ਼ੀਡੈਂਟਸ ਤੇ ਵਿਜ਼ਿਟਰ ਨੂੰ ਕਿ ਐਨੂਅਲ ਉੱਥੇ ਕਾਰਨੀਵਲ ਡੀਕਬੇਕ ਜਿਹੜਾ ਉੱਥੇ ਦਾ ਵੱਡਾ ਕਾਰਨੀਵਲ ਆ ਸਿਟੀ ਦੇ ਵਿੱਚ ਹੋ ਰਿਹਾ ਵੀਕਐਂਡ ਦੇ ਉੱਤੇ, ਤੇ ਉਹਨਾਂ ਨੂੰ ਕਹਿ ਰਹੇ ਆ ਕਿ ਉਹ ਉੱਥੇ ਪਹੁੰਚਣ। ਉੱਥੇ ਵੀ ਮਾਮਲਾ ਇਸ ਤਰ੍ਹਾਂ ਦਾ ਹੋਇਆ ਆ ਤੇ ਕਈ ਜਿਹੜੇ ਡੈਮੋਸਟ੍ਰੇਸ਼ਨ ਹੋਰ ਥਾਵਾਂ ਦੇ ਉੱਤੇ ਹੋ ਰਹੇ ਆ ਕੋਵਿਡ-19 ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਵੀਕਐਂਡ ਨੂੰ ਮੰਨਿਆ ਜਾ ਰਿਹਾ ਕਿ ਕਈ ਥਾਵਾਂ ਦੇ ਉੱਤੇ ਇਹ ਹੋਰ ਹੋਣਗੇ। ontario ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਕਿ ਉੱਥੇ ਵੀ ਕਾਫੀ ਸਾਰੀ ਤਿਆਰੀ ਕੀਤੀ ਹੈ। ontario ਦੇ ਵਿੱਚ ਜਿੱਥੇ ਇਹ ਪ੍ਰੋਟੈਸਟਰ ਇਕੱਠੇ ਹੋ ਰਹੇ ਆ ਕਿ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ, ਦੂਜੇ ਪਾਸੇ ਕਾਊਂਟਰ ਪ੍ਰੋਟੈਸਟ ਵਾਲੇ ਵੀ ਉੱਥੇ ਇਕੱਠੇ ਹੋ ਰਹੇ ਆ ਜਿਹੜੇ ਉਹਨਾਂ ਦੇ ਉਲਟ ਆ। ਕੁਵੈਕ ਪਾਰਕ ਦੇ ਵਿੱਚ ਉੱਥੇ ਇਹਨਾਂ ਨੇ ਇਕੱਠੇ ਹੋਣਾ, ਉਹ ਵੀ ਦੂਜੇ ਪਾਸੇ ਵੀ ਕਿਹਾ ਜਾ ਰਿਹਾ, ਕੁਈਨਸ ਪਾਰਕ ਦੇ ਵਿੱਚ ਇਹਨਾਂ ਨੇ ਇਕੱਠੇ ਹੋਣਾ। ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਦੂਜੇ ਜਿਹੜੇ ਕੁਝ ਫਿਜ਼ੀਸ਼ੀਅਨ ਨੇ, ਕੁਝ ਡਾਕਟਰ ਨੇ, ਉਹ ਇਕੱਠੇ ਹੋ ਕੇ ਕਹਿ ਰਹੇ ਆ ਕਿ ਅਸੀਂ ਕੋਵਿਡ ਦੀ ਵੈਕਸੀਨ ਦੇ ਹੱਕ ਵਿੱਚ ਪ੍ਰੋਟੈਸਟ ਕਰਾਂਗੇ, ਹੱਕ ਵਿੱਚ ਗੱਲਬਾਤ ਕਰਾਂਗੇ। ਇੱਕ ਵੀਕਐਂਡ ਪਿਛਲੇ ਦੀ ਇਹ ਗੱਲਬਾਤ ਸ਼ੁਰੂ ਹੋਈ ਸੀ ਸ਼ਨੀਵਾਰ ਦੀ, ਤੇ ਅੱਜ ਦੁਬਾਰਾ ਸ਼ੁੱਕਰਵਾਰ ਹੋ ਗਿਆ। ਕੱਲ੍ਹ ਨੂੰ ਹੁਣ ਕੀ ਹੋਣਾ, ਇਸ ਗੱਲ ਨੇ ਅਫੀਸ਼ੀਅਲਸ ਨੂੰ, ਬਾਕੀ ਲੋਕਾਂ ਨੂੰ ਚਿੰਤਾ ਦੇ ਵਿੱਚ ਪਾਇਆ ਕਿ ਇਹਦੇ ਕਦੋਂ ਕੋਵਿਡ ਦੀ ਵੈਕਸੀਨ ਲੱਗਣੀ ਹੈ। ਇਹਦੇ ਬਾਰੇ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਸੂਚਨਾਵਾਂ ਸਾਹਮਣੇ ਆਈਆਂ। ਹੁਣ ਇੱਕ ਕਲੀਅਰ ਕੱਟ ਗੱਲ ਤੇ ਇੱਕ ਲਾਈਨ ਸਾਹਮਣੇ ਆਈ ਆ, ਕਲੀਅਰ ਡਾਇਰੈਕਸ਼ਨ ਸਾਹਮਣੇ ਆਈ ਹੈ, ਜਿਹਦੇ ਵਿੱਚ ਦੱਸਿਆ ਗਿਆ ਕਿ ਤੁਹਾਡੇ ਬੂਸਟਰ ਸ਼ਾਟ ਕਦੋਂ ਲੱਗਣਾ, ਖਾਸ ਕਰ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਪਹਿਲਾਂ ਕੋਵਿਡ ਹੋ ਚੁੱਕਿਆ ਸੀ। ਕੈਨੇਡਾ ਦੇ ਟੌਪ ਡਾਕਟਰਸ ਨੇ ਇਹ ਗੱਲਬਾਤ ਕਹੀ ਹੈ, ਜਿਹੜੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਹੈ, ਜਿਹਨੂੰ ਨਾਸੀ ਕਿਹਾ ਜਾਂਦਾ, ਉਹ ਰਿਕਮੈਂਡ ਕਰ ਰਹੀ ਹੈ ਕਿ ਕੋਈ ਵੀ mRNA ਬੂਸਟਰ ਸ਼ਾਟ 6 ਮਹੀਨੇ ਤੋਂ ਬਾਅਦ ਦਿੱਤਾ ਜਾ ਸਕਦਾ ਜਦੋਂ ਤੁਸੀਂ ਪਹਿਲੀ ਡੋਜ਼ ਲਈ ਆ, ਤੇ ਜਾਂ 3 ਮਹੀਨੇ ਤੋਂ ਬਾਅਦ ਦਿੱਤਾ ਜਾ ਸਕਦਾ ਜੇ ਤੁਹਾਨੂੰ ਕੋਵਿਡ ਇਨਫੈਕਸ਼ਨ ਹੋਈ ਆ, ਦੋਵਾਂ ਵਿੱਚੋਂ ਜਿਹੜੀ ਜ਼ਿਆਦਾ ਲੰਬੀ ਆ। ਸੋ ਜਾਂ ਤਾਂ 6 ਮਹੀਨੇ ਹੋ ਗਏ ਹੁਣ ਤੁਹਾਨੂੰ ਆਖਰੀ ਵੈਕਸੀਨ ਲੱਗੀ ਨੂੰ, ਤੇ ਜਾਂ 3 ਮਹੀਨੇ ਹੋ ਗਏ ਹੁਣ ਤੁਹਾਨੂੰ ਕੋਵਿਡ ਹੋਏ ਨੂੰ। ਜਿਹਦੀ ਚੀਜ਼ ਜ਼ਿਆਦਾ ਦੇਰੀ ਵਾਲੀ ਆ, ਵਿਚ ਐਵਰ ਇਜ਼ ਲੌਂਗਰ, ਉਹਨੂੰ ਉਸ ਹਿਸਾਬ ਦੇ ਨਾਲ ਤੁਹਾਨੂੰ ਬੂਸਟਰ ਸ਼ਾਟ ਦਿੱਤਾ ਜਾ ਸਕਦਾ। ਸੋ ਉਹਨਾਂ ਨੇ, ਡਾਕਟਰ ਥਰੀਸਾ ਟੈਮ ਨੇ ਕਿਹਾ ਕਿ ਲੇਟੈਸਟ ਡਾਟਾ ਜਿਹੜਾ ਉਹ ਇਸ ਵੇਲੇ ਦੱਸ ਰਿਹਾ ਕਿ ਜਿਹੜੀਆਂ 2 ਡੋਜ਼ ਆ ਵੈਕਸੀਨ ਦੀਆਂ ਉਹ ਰੀਜ਼ਨੇਬਲੀ ਗੁੱਡ ਪ੍ਰੋਟੈਕਸ਼ਨ ਇਸ ਬਿਮਾਰੀ ਦੇ ਵਿੱਚੋਂ ਦੇ ਰਹੀਆਂ ਆ, ਪਰ ਬੂਸਟਰ ਸ਼ਾਟ ਜਿਹੜਾ ਆ ਉਹ ਸੁਪੀਰੀਅਰ ਪ੍ਰੋਟੈਕਸ਼ਨ ਦੇ ਰਿਹਾ ਜਿਹੜੀ ਸੀਰੀਅਸ ਇਨਫੈਕਸ਼ਨ ਦੇ ਨਾਲੋਂ। ਸੋ ਇਹ ਡਾਟਾ ਇਸ ਵੇਲੇ ਦੱਸ ਰਿਹਾ ਕਿ ਹੌਸਪੀਟਲਾਈਜੇਸ਼ਨ ਆ 90% ਨੂੰ ਇਹਨੇ ਕੰਟਰੋਲ ਕੀਤਾ mRNA ਬੂਸਟਰ ਸ਼ਾਟਸ ਨੇ। ਸੋ ਭਾਵੇਂ ਬਹੁਤ ਸਾਰੀਆਂ ਇਨਫੈਕਸ਼ਨ ਪਿਛਲੇ ਸਮੇਂ ਦੇ ਵਿੱਚ ਹੋਈਆਂ ਆ, ਪਰ ਹੁਣ ਜਿਹੜਾ ਨੰਬਰ ਆ ਇਹ ਡਾਊਨ ਜਾਣਾ ਸ਼ੁਰੂ ਹੋ ਗਿਆ, ਤੇ ਲੱਗਦਾ ਹੌਲੀ ਹੌਲੀ ਇਹਨੇ ਖਤਮ ਹੋ ਜਾਣਾ। ਬਹੁਤ ਸਾਰੇ ਕੈਨੇਡਾ ਦੇ ਪਾਰਟਸ ਦੇ ਵਿੱਚ ਫਰਵਰੀ 2 ਤੱਕ ਐਵਰੇਜ ਜਿਹੜੇ ਆ 10,000 ਲੋਕ ਟਰੀਟ ਕੀਤੇ ਜਾ ਰਹੇ ਆ ਹੌਸਪੀਟਲਸ ਦੇ ਵਿੱਚ ਰੋਜ਼। ਤੇ ਕਈ ਪ੍ਰੋਵਿੰਸਿਸ ਜਿਹੜੇ ਆ ਉਹ ਕਹਿੰਦੇ ਉਹਨਾਂ ਨੂੰ ਬੈਲੈਂਸ ਦੇਖਣਾ ਪਊਗਾ ਇਹ ਸਾਰੇ ਕੁਛ ਦੇ ਵਿੱਚ ਕਿ ਕਿਸ ਤਰੀਕੇ ਨਾਲ ਪਬਲਿਕ ਹੈਲਥ ਮੈਂਡੇਟਸ ਉਹਨਾਂ ਨੇ ਰੱਖਣੇ ਆ, ਕਿਸ ਤਰੀਕੇ ਨਾਲ ਉਹਨਾਂ ਨੇ ਨੋਰਮਲ ਆਉਣਾ ਆ। ਓਮਿਕਰੋਨ ਵੇਵ ਹੁਣ ਘਟਣੀ ਸ਼ੁਰੂ ਹੋ ਗਈ ਆ, ਬਹੁਤ ਸਾਰੇ ਪ੍ਰੋਵਿੰਸਿਸ ਨੇ ਸਿਗਨਲ ਦੇਣਾ ਸ਼ੁਰੂ ਕਰ ਦਿੱਤਾ ਹੁਣ ਕਿ ਅਸੀਂ ਇਹ ਰਿਸਟ੍ਰਿਕਸ਼ਨਸ ਚੱਕ ਦੇਣੀ ਆ। ਐਡਮਿੰਟਨ, ਅਲਬਰਟਾ ਨੇ, ਇਸੇ ਤਰ੍ਹਾਂ ਹੀ ਕੁਬੈਕ ਨੇ,
उन्होंने क्लीयर कट दसना शुरू कर दिता भी जल्दी असीं जिहड़ियां ये सारियां रिस्ट्रिक्शनस आ चक देणियां ते जे वो कहिंदे सारियां नहीं चकांगे तो बहुतियां जरूर चक देंगे। अल्बर्टा के प्रीमियर जेसन केनी उन्होंने कहा कि सरकार जल्दी अनाउंस कर रही है अगले हफ्ते डेट अनाउंस कर देनी अल्बर्टा के विच कि जदों अल्बर्टा दी कोविड-19 वैक्सीन पासपोर्ट खत्म कर देना उन्होंने, यदि कोई भी लोड़ नहीं रहनी तो फेज़ जिहड़ा आ जाऊगा फिर जदों कोविड-19 हैल्थ रिस्ट्रिक्शनस जिहड़ियां महीने के आखिर तक खत्म कर दित्तियां जाणगियां क्यों जे उहदी शर्त यह नाल कि जे हॉस्पिटल दे विच एडमिशन डिकलाइन हुंदी रही और हुण हो ही रही है तो लगता है इस तरह जारी रहना। इस तरह सस्काचवन के प्रीमियर ने स्कॉट मॉ उन्होंने भी ये गल कहा कि वह कोविड-19 के रिस्ट्रिक्शनस नूं बहुत जल्दी खत्म कर रहे हैं, भावें कोविड-19 के नाल संबंधित जिहड़े हॉस्पिटल दे विच गिणती आ वो हुण पेंडेमिक दे विच सब तो सिखर के उत्ते आ। पिछले हफ्ते भी ये गलबात कही सी ते ब्रिटिश कोलंबिया दे विच भी जिहड़े साडे टॉप डॉक्टर बोनी हैनरी उन्होंने ये जिहड़े रूल्स सीगे इन्हां नूं एक्सटेंड कर दिता सी प्रूफ ऑफ वैक्सीनेशन का जून के आखिर तक, पर नाल ये भी गल कही सी कि इनू पहला भी असी चक सकते हैं। सो हुण जेकर ये गल्लां बातां शुरू हो गई कि सस्काचवन दे विच जां अल्बर्टा दे विच डेट दे देणगे तो उस डेट नूं फिर उन्होंने इनू खत्म कर देना, BC दे विच्चों भी गल्लां बातां हो रही तो लगता कि सारा कुछ नॉर्मलसी वल चलिया जाऊगा तो सारा कुछ ठीक ठाक हो जाऊगा। हुण इस मामले दे विच जिहड़ियां जिथे बूस्टर शॉट दे लई लोकां नूं कहा जा रहा उत्थे रिस्ट्रिक्शनस चक्कियां जा रही। क्वेबैक दे विच भी कोविड-19 की रिलेटेड जी हॉस्पिटलाइजेशन आ इस हफ्ते दे विच काफ़ी केस उत्थे घटे आ, उत्थों के डॉक्टर उत्थों के हैल्थ अफीशियल उत्थों के साइंटिस्ट वो भी अनाउंस कर रहे हैं कि असीं रिस्ट्रिक्शन चक देनी है। न्यू फाउंडलैंड ते लैब्राडोर भी इन्हां रिस्ट्रिक्शन ते चक्कण दे लई तैयार आ ते जल्दी वो इहदे बारे अनाउंसमेंट कर देणगे। सो जिथे एक क्लीयर डायरैक्शन मिली है कि जिन्हां नूं कोविड हो चुका सी उन्हां नूं बूस्टर शॉट कदों लगना है, उहदे नाल ही सारे प्रोविंस हुण ये दसना शुरू कर रहे हैं कि असीं ये रिस्ट्रिक्शनस कदों हटा रहे हैं। जिथे कोविड-19 के संबंध विच प्रोटेस्ट जिहड़ा ऑटवा दे विच चल रहा उत्थे न्यू वैस्टमिनिस्टर दे विच ब्रिटिश कोलंबिया का शहर न्यू वैस्टमिनिस्टर उत्थों कुछ खबरां आ रही कि डॉक्टर जिहड़े कोविड-19 वैक्सीन क्लीनिक दे विच काम करते हैं, स्टाफ काम करता तो लोग उत्थे जिहड़े बूस्टर शॉट लवाउण आ रहे हैं न्यू वैस्टमिनिस्टर दे विच कुछ मुजाहराकारी बाहर खड़े होकर उन्होंने तंग परेशान कर रहे हैं, उन्होंने बहुत सारिया मंदियां चंगियां गल्लां कह रहे हैं तो लोग इस गल तो परेशान आ, खासकर हैल्थ केयर वर्करस। डॉक्टर कैथलीन रॉस ने उत्थे फैमिली फिजिशियन वो कहते बहुत सारे हैल्थ केयर वर्कर तो स्टाफ इन्हां क्लीनिक्स दे विच काम अपने बाकी दे घंटे पूरे करन तो बाद कर रहा कि बाकी जिहड़ा काम करदे ही है नॉर्मल काम तो बाद इत्थे काम कर रहे हैं क्लीनिक्स दे विच ते परेशान हो इस गल तो बहुत आ कि एक पासे असीं इन्हां दा ख्याल रख रहे हैं, एक पासे असीं सारा कुछ ठीक ठाक करने की कोशिश कर रहे हैं तो दूजे पासे बाहर खड़ के सानू मंदा चंगा बोलिया जा रहा। 2 साल हो गए इस पेंडेमिक दे विच इन्हां डॉक्टर्स नूं इन्हां नर्सां नूं काम करदे ते हुण इस स्टेज के उत्ते जदों 91% तो ज़्यादा लोगों की वैक्सीन लग चुकी आ, ये कित्थों वैक्सीन का विरोध करने वाले आ रहे हैं ये गल समझ नहीं आ रही। न्यू वैस्टमिनिस्टर के बाहर इस क्लीनिक के बाहर जिस तरह वो कहिंदे इन्हां लोकां ने ये कार्रवाई कर रहे हैं ये बड़ी दिल तोड़न वाली आ, डिसअपॉइंटिंग आ। हैल्थ केयर वर्करस का मनोबल टुट रहा इस वैक्सीन क्लीनिक के विच, वो अपने आप को बचा रहे हैं कि किसी न किसी तरह इन्हां प्रोटेस्ट तो बच के लंघ गई, इन्हों पता ना लगे भी ये डॉक्टर है या नर्स आ। भीड़ के विच जदों एक खास रंग का उन्होंने मास्क पाया हुंदा जां उन्हां दे कपड़े उस तरह के होंदे जिथों पछाणे जांदे भी ये डॉक्टर आ नर्स आ, जां अंदर उन्हां दे बैज हुंदा जिथों पता लगता कि स्टाफ आ। तो ये कहिंदे जिहड़े बाहर खड़े आ न्यू वैस्टमिनिस्टर इस क्लीनिक के बाहर जिहड़ा कि एनविल सेंटर कोलंबिया स्ट्रीट के उत्ते आ, उत्थे कहिंदे ये बहुत ज़्यादा रौला पाउंदे आ। कल इन्होंने बहुत ज़्यादा बाद दोपहर वीरवार नूं उत्थे रौला पाया तो डॉक्टर्स नूं किसी ना किसी तरह ने सलाह दी कि जिहड़ा स्टाफ सी उन्होंने कि जिहड़ा भी अंदर आ रहा वो अपनी घट्टो घट्ट पछाण लको के अंदर आओ, तुहाडा बैज आ उन्होंने घट्टो घट्ट तुसीं लको लो, इन्हों पता ना लगे कि डॉक्टर आ जां नर्स आ, तां तुसीं बच सकते हैं, नहीं तो ये लोग बहुत ज़्यादा उन्होंने तंग परेशान कर रहे हैं। बहुत सारे पॉइंट्स के उत्ते स्टाफ नूं कॉमेंट दिते जा रहे हैं जिहड़े इस बिल्डिंग के वालों आ रहे हैं नर्सिज नूं डॉक्टर्स नूं। तो हुण इस मामले दे विच तुहानूं ये भी याद होऊगा पिछले साल नवंबर दे विच प्रोविंस ने एक बबल जोन लैजिसलेशन लैके आंदा सी, जिहदा मतलब की सी कि जिस थां दे उत्ते कोई क्लीनिक आ हॉस्पिटल आ जां इदां दी कोई गलबात आ उहदे 20 मीटर के घेरे के अंदर अंदर तुसीं स्कूल के हैल्थ केयर फैसिलिटी दी जां कोविड-19 टैसटिंग या वैक्सीनेशन सेंटर के नेड़े तेड़े आके धरना मुजाहरा नहीं दे सकते, इकट्ठे नहीं हो सकते। एक्सैस जोन जिहड़ी आ उत्थे फिर तुहानूं उहदी सज़ा मिलूगी, मतलब इहनूं एक क्राइम मन्निया जांदा जे तुसीं उत्थे धरने मुजाहरे दिंदे, क्योंकि उहदे तो पहिलां
ਇਹ ਜਿਹੜੇ ਵੈਕਸੀਨ ਦਾ ਵਿਰੋਧ ਕਰਨ ਵਾਲੇ ਸੀ, ਇਹਨਾਂ ਨੇ ਵੈਨਕੂਵਰ ਜਨਰਲ ਹਸਪੀਟਲ ਦੇ ਬਾਹਰ ਖੜੇ ਹੋ ਕੇ ਜਿਸ ਤਰੀਕੇ ਨਾਲ ਧਰਨੇ ਮੁਜ਼ਾਹਰੇ ਦਿੱਤੇ ਸੀ, ਜਿੱਦਾਂ ਇਹਨਾਂ ਨੇ ਉੱਥੇ ਪ੍ਰਦਰਸ਼ਨ ਕੀਤੇ ਸੀ, ਐਂਬੂਲੈਂਸਿਸ ਨੂੰ ਲੰਘਣ ਲਈ ਰਾਹ ਨਹੀਂ ਸੀ ਮਿਲਿਆ, ਐਂਬੂਲੈਂਸਿਸ ਨੂੰ ਰਾਹ ਸੀ ਮਿਲ ਰਿਹਾ। ਇਹਦੇ ਨਾਲ ਹੀ ਜਿਹੜੇ ਮੰਨ ਲਓ ਕੈਂਸਰ ਦੇ ਪੇਸ਼ੈਂਟ ਸੀ, ਉਹ ਹਸਪੀਟਲ ਵਿੱਚ ਜਾ ਰਹੇ ਸੀ, ਉਹਨਾਂ ਨੂੰ ਬਹੁਤ ਲੰਬਾ ਲੰਬਾ ਸਮਾਂ ਤੁਰ ਕੇ ਜਾਣਾ ਪਿਆ ਸੀ। ਹੁਣ ਉਹ ਐਕਟ ਇੱਥੇ ਲਾਗੂ ਵੀ ਹੁੰਦਾ ਆ। ਇਹ ਜਿਹੜਾ ਫਰੇਜ਼ਰ ਹੈਲਥ ਦੇ ਕਲੀਨਿਕਸ ਨੇ, ਜਿੱਥੇ ਇਹ ਡੈਮੋਸਟ੍ਰੇਸ਼ਨ ਦੇ ਨਾਲ ਜਿਨ੍ਹਾਂ ਦੇ ਉੱਤੇ ਅਸਰ ਹੋਇਆ ਆ, ਤਾਂ ਇਹ ਐਂਟੀ ਵੈਕਸੀਨ ਪ੍ਰੋਟੈਸਟ ਜਿਹੜਾ ਆ ਇਹ ਹੁਣ, ਪਰ ਉੱਥੇ ਮਸਲਾ ਆ, ਉਹ ਕਹਿੰਦੇ ਪੁਲਿਸ ਨੂੰ ਵੀ ਦੱਸਿਆ ਗਿਆ, ਪੁਲਿਸ ਵੀ ਉੱਥੇ ਸੀਗੀ, ਪਰ ਉਹ ਕਹਿੰਦੇ ਜੇ ਉਹ ਕੁਛ ਕਰ ਰਹੇ ਆ, ਜਿਹੜਾ ਪ੍ਰਦਰਸ਼ਨ ਕਰ ਰਹੇ 20 ਮੀਟਰ ਤੋਂ ਬਾਹਰ ਕਰ ਰਹੇ ਆ, ਅਸੀਂ ਇਹਨਾਂ ਨੂੰ ਪੁਲਿਸ ਕਹਿੰਦੀ ਕੁਛ ਨਹੀਂ ਕਹਿ ਸਕਦੇ, ਕਿਉਂਕਿ ਇਹ ਉਸ ਕਾਨੂੰਨ ਨੂੰ ਭੰਗ ਨਹੀਂ ਕਰ ਰਹੇ। ਜੇ ਕਾਨੂੰਨ ਨੂੰ ਭੰਗ ਕਰ ਰਹੇ ਹੁੰਦੇ ਤਾਂ ਫਿਰ ਉਹਨਾਂ ਨੂੰ ਜਿਹੜਾ ਜ਼ਰੂਰ ਸਜ਼ਾ ਦਿੱਤੀ ਜਾਣੀ ਸੀ, ਉਹਨਾਂ ਨੂੰ ਫੜਿਆ ਜਾ ਸਕਦਾ ਸੀ, ਪਰ 20 ਮੀਟਰ ਦੂਰ ਹੋ ਕੇ ਆਪਣਾ ਕੰਮ ਕਰੀ ਜਾਂਦੇ ਆ। ਤੇ ਕਰ ਉਹ ਇਹ ਰਹੇ ਆ ਕਿ ਜਿਹੜਾ ਕੋਈ ਵੈਕਸੀਨ ਲਵਾਉਣ ਚਲੇ ਗਿਆ ਜਾਂ ਲਾਉਣ ਚਲੇ ਗਿਆ, ਚਾਹੇ ਉਹ ਡਾਕਟਰ ਆ, ਨਰਸ ਆ ਜਾਂ ਸਟਾਫ ਆ, ਉਹਨੂੰ ਤਰ੍ਹਾਂ ਤਰ੍ਹਾਂ ਦੇ ਫਿਕਰੇ ਕੱਸ ਕੇ ਉੱਚੀ ਉੱਚੀ ਬੋਲ ਕੇ ਤੰਗ ਪਰੇਸ਼ਾਨ ਕਰ ਰਹੇ ਆ, ਤੇ ਜਿਹਦੇ ਨਾਲ ਕੁਦਰਤੀ ਤੌਰ ਤੇ ਡਾਕਟਰ ਨਰਸਿਸ ਦਾ ਮਨੋਬਲ ਡਿੱਗ ਰਿਹਾ। ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਆਈ ਹੈ, ਜਿਹਦੇ ਵਿੱਚ ਦੱਸਿਆ ਗਿਆ ਕਿ ਇਕੋਨਮੀ ਨੂੰ ਸਿੱਧਾ ਹਿੱਟ ਹੋਇਆ ਪਿਛਲੇ ਮਹੀਨੇ ਦੇ ਵਿੱਚ, ਕਿਉਂਕਿ ਓਮੀਕਰੋਨ ਦੇ ਨਾਲ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀ। ਸਟੈਟਿਸਟਿਕਸ ਕੈਨੇਡਾ ਇਸ ਵੇਲੇ ਇਹ ਦੱਸ ਰਹੀ ਆ ਕਿ 0.5% ਜਿਹੜਾ ਉੱਤੇ ਚਲੇ ਗਈ ਹੈ ਇਹ ਦਸੰਬਰ ਮਹੀਨੇ ਦੇ। ਤੇ ਕੈਨੇਡਾ ਉਸ ਵੇਲੇ ਜਦੋਂ ਕੈਨੇਡਾ ਨੇ ਅਨਐਮਪਲੋਇਮੈਂਟ ਦੇ ਮਾਮਲੇ ਦੇ ਵਿੱਚ ਲੋਐਸਟ ਰੇਟ ਸੀਗਾ ਇਹਦਾ 2020 ਤੋਂ ਬਾਅਦ, ਬਹੁਤ ਸਾਰੀਆਂ ਨੌਕਰੀਆਂ ਗਈਆਂ, ਇਹਦੇ ਨਾਲ ਬਹੁਤ ਸਾਰੀ ਪਰੇਸ਼ਾਨੀ ਹੋਈ ਆ, ਤੇ ਜਿਹੜਾ ਅਨਐਮਪਲੋਇਮੈਂਟ ਰੇਟ ਆ 6.5 ਦੇ ਉੱਤੇ ਚਲਿਆ ਗਿਆ। ਜਿਨ੍ਹਾਂ ਖਾਸ ਸੈਕਟਰ ਦੇ ਉੱਤੇ ਅਸਰ ਹੋਇਆ ਉਹਦੇ ਵਿੱਚ ਫੂਡ ਸਰਵਿਸਿਜ਼ ਜਿਹੜੀਆਂ ਸਭ, ਤੇ ਅਕਮੋਡੇਸ਼ਨ, ਇਹ ਹਾਰਡੈਸਟ ਹਿੱਟ ਇੰਡਸਟਰੀਜ਼ ਹੋਈਆਂ, ਔਰ ਖਾਸ ਕਰ ਇਹਨਾਂ ਥਾਵਾਂ ਦੇ ਉੱਤੇ ਜਾਂ ਤਾਂ ਨੌਜਵਾਨ ਕੰਮ ਕਰਦੇ ਸੀ ਜਾਂ ਔਰਤਾਂ ਕੰਮ ਕਰਦੀਆਂ ਸੀ। ਇਹਨਾਂ ਨੂੰ ਵੱਡਾ ਅਸਰ ਪਿਆ ਇਸ ਅਨਐਮਪਲੋਇਮੈਂਟ ਦੇ ਨਾਲ, ਕਿਉਂਕਿ ਜਦੋਂ ਓਮੀਕਰੋਨ ਦੀਆਂ ਰੈਸਟ੍ਰਿਕਸ਼ਨਸ ਆ ਗਈਆਂ ਤਾਂ ਬਹੁਤ ਕੁਛ ਜਿਹੜਾ ਬੰਦ ਹੋ ਗਿਆ, ਬਹੁਤ ਕੁਛ ਰੋਕ ਦਿੱਤਾ ਗਿਆ। ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਵੱਖ-ਵੱਖ ਸਥਿਤੀ ਆ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਥਿਤੀ ਇਸ ਤਰ੍ਹਾਂ ਦੀ ਨਹੀਂ ਹੈ, ਇਹ ਬਾਕੀ ਕੈਨੇਡਾ ਨਾਲੋਂ ਵੱਖਰਾ ਆ। ਇੱਥੇ ਕੰਮ ਜ਼ਿਆਦਾ ਆ, ਨੌਕਰੀਆਂ ਜਿਹੜੀਆਂ ਜ਼ਿਆਦਾ ਆ, ਤੇ ਕੰਮ ਕਰਨ ਵਾਲੇ ਨਹੀਂ ਮਿਲ ਰਹੇ। ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੂਜੇ ਤਰੀਕੇ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਅਨਐਮਪਲੋਇਮੈਂਟ ਵਧੀ ਆ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ 12.8% ਤੇ ਗਈ ਆ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇਹ 9.6% ਤੇ ਆ। ਨੋਵਾ ਸਕੋਸ਼ੀਆ 'ਚ 7% ਤੇ ਆ। ਨਿਊ ਬਰੰਜ਼ਵਿਕ ਦੇ ਵਿੱਚ ਇਹ 8.5% ਤੇ ਆ। ਕੁਬਿਕ ਦੇ ਵਿੱਚ 5.4% ਤੇ ਵੱਧ ਗਈ ਹੈ। ਅੰਟੈਰੀਓ ਦੇ ਵਿੱਚ 1.2% ਵੱਧ ਕੇ 7.3% ਹੋ ਗਈ ਹੈ ਜਨਵਰੀ ਦੇ ਵਿੱਚ। ਮੈਨੀਟੋਬਾ ਦੇ ਵਿੱਚ 5.1% ਹੋ ਗਈ ਹੈ। ਸਸਕਾਚਵੈਨ ਦੇ ਵਿੱਚ ਜਿਹੜਾ 5.5% ਰੇਟ ਰਿਹਾ। ਅਲਬਰਟਾ ਦੇ ਵਿੱਚ 7.2%, ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਇਹਦੇ ਵਿੱਚ ਕੋਈ ਸਿਗਨੀਫਿਕੈਂਟ ਰਾਈਜ਼ ਨਹੀਂ ਹੋਇਆ, ਤੇ ਰੇਟ 0.3% ਡਰੋਪ ਹੋਇਆ, ਤੇ ਇਹ 5.1% ਦੇ ਉੱਤੇ ਰਹਿ ਗਈ ਆ। ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆਈ ਹੈ, ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਕੀ ਹਾਲਤ ਆ, ਇਹਦੇ ਬਾਰੇ ਸਾਡੇ ਨਿਊਜ਼ ਹੈੱਡ ਸ਼ੈਰੀ ਗੌਰਵਾ ਜੀ ਨੇ MLA ਰਵੀ ਕਾਲੋਂ ਦੇ ਨਾਲ ਗੱਲਬਾਤ ਕੀਤੀ, ਤੇ ਉਹਨਾਂ ਨੇ ਇਹ ਸਾਰੀ ਸਥਿਤੀ ਨੂੰ ਹੋਰ ਚੰਗੀ ਤਰ੍ਹਾਂ ਸਪਸ਼ਟ ਕੀਤਾ। ਆਓ ਦੇਖਦੇ ਹਾਂ ਉਹਨਾਂ ਦੀ ਇਹ ਰਿਪੋਰਟ। ਰਵੀ ਕਾਲੋ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਪੰਜਾਬੀ ਤੇ। ਰਵੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ, ਇੱਕ ਰਿਪੋਰਟ ਉਹ ਹੈਗੀ ਹੈ ਜਿਹੜੀ ਸਟੈਟਿਕਸ ਕੈਨੇਡਾ ਦੇ ਵੱਲੋਂ ਜਿਹੜੀ ਹੈ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲੀ, ਜਿਹਦੇ ਵਿੱਚ ਜੌਬਸ ਮਾਰਕੀਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਘਾਟਾ ਦਰਜ ਕੀਤਾ ਜਾ ਰਿਹਾ ਹੈ। 2 ਲੱਖ ਦੇ ਕਰੀਬ ਜਿਹੜੀਆਂ ਨੌਕਰੀਆਂ ਉਹ ਘਟਣ ਦੀ ਗੱਲ ਕਹੀ ਜਾ ਰਹੀ ਹੈ। ਇੱਕ ਰਿਪੋਰਟ ਉਹ ਹੈ ਜਿਹੜੀ ਤੁਹਾਡੇ ਵੱਲੋਂ ਸਾਹਮਣੇ ਆ ਰਹੀ ਹੈ, ਇੱਕ ਉਹ ਸਟੇਟਮੈਂਟ ਹੈ ਕਿ ਕ੍ਰਾਈਸਿਸ ਦੇ ਵਿੱਚ ਲੋਕ ਨਹੀਂ ਹੈ, ਕਿਤੇ ਨਾ ਕਿਤੇ ਹੋਰ ਜਿਹੜੀਆਂ ਨਵੀਆਂ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ। ਕਈ ਵਿਕਲਪ ਇਸ ਵੇਲੇ ਸਾਹਮਣੇ ਨੇ। ਸੋ ਇਸ ਵੇਲੇ ਲੋਕ BC ਦੇ ਕੀ ਸੋਚਣ, ਕੀ ਸਟੈਟਿਕਸ ਕੈਨੇਡਾ ਦੀ ਰਿਪੋਰਟ ਜਿਹੜੀ ਹੈ ਉਹ ਪਰੇਸ਼ਾਨ ਕਰਨ ਵਾਲੀ ਹੈ? Well, Canada-wide 200,000 jobs lost ਹੋਈਆਂ, ਪਰ BC ਵਿੱਚ ਅਸੀਂ jobs gain ਕੀਤੀਆਂ। So ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਅਸੀਂ ਨੋਟਿਸ ਕਰ ਰਹੇ ਹਾਂ, ਜਦੋਂ job losses ਹੋਈਆਂ every month BC ਅਸੀਂ jobs gain ਕਰ ਰਹੇ ਹਾਂ। In fact, right now BC ਵਿੱਚ more people ਹੁਣ ਕੰਮ ਕਰ ਰਹੇ ਆ ਜਿਹੜੇ ਪੈਂਡੈਮਿਕ ਦੇ ਰਾਹ ਪਹਿਲਾਂ। So ਇਹ ਜਿਹੜੀ ਰਿਪੋਰਟ ਆ of course Canada ਲਈ challenging ਆ, ਪਰ BC ਲਈ very positive news ਆ।
ਜੀ ਬੀਸੀ ਦੇ ਵਿੱਚ ਇਸ ਵੇਲੇ ਰਵੀ ਕਾਲੋ ਜੀ ਅਸੀਂ ਬੀਸੀ ਨੂੰ ਕਿੱਥੇ ਦੇਖ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਕਈ ਸੈਕਟਰਸ ਵੱਲ ਨਜ਼ਰ ਮਾਰ ਰਹੇ ਹਾਂ ਚਾਹੇ ਉਹ ਖੇਤੀਬਾੜੀ ਸੈਕਟਰ ਹੋਵੇ ਹੈਲਥ ਕੇਅਰ ਹੋਵੇ ਜਾਂ ਫਿਰ ਹੋਰ ਸੈਕਟਰਸ ਦੀ ਅਸੀਂ ਗੱਲ ਕਰ ਲਈਏ ਇਸ ਵੇਲੇ ਗਰੋਸਰੀ ਸਟੋਰਸ ਦੀ ਵੀ ਅਸੀਂ ਤੇ ਗੱਲ ਕਰਦੇ ਹਾਂ ਟਰੱਕਿੰਗ ਐਸੋਸੀਏਸ਼ਨ ਜਿਹੜੇ ਟਰੱਕਾਂ ਵਾਲੇ ਨੇ ਉਹ ਆਪਣੀ ਹੜਤਾਲ ਤੇ ਗਏ ਹੋਏ ਨੇ ਸੋ ਕਾਫੀ ਸਾਰੇ ਸੈਕਟਰ ਇੱਥੇ ਵੀ ਪਰੇਸ਼ਾਨ ਨੇ ਬੀਸੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜੀ ਰਿਪੋਰਟ ਉਹ ਇਹੀ ਮਿਲ ਰਹੀ ਹੈ ਕਿ ਜੌਬਸ ਹੈ ਨਹੀਂ ਹੈ ਮਾਰਕੀਟ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ ਨੋ ਡਾਊਟ ਬਹੁਤ ਜ਼ਿਆਦਾ ਵੱਡਾ ਅਸਰ ਜਿਹੜਾ ਉਹ ਕੋਵਿਡ ਕਰਕੇ ਪਿਆ ਓਮਿਕਰੋਨ ਵੈਰੀਐਂਟ ਦਾ ਵੀ ਪਿਆ ਪਰ ਸਰਕਾਰ ਦੇ ਵੱਲੋਂ ਬੀਸੀ ਗਵਰਨਮੈਂਟ ਦੇ ਕੋਲ ਇਸ ਲਈ ਕੀ ਖਾਕਾ ਹੈਗਾ ਤਾਂ ਕਿ ਅਸੀਂ 2022 ਦੇ ਵਿੱਚ ਇੱਕ ਚੰਗੇ ਜਿਹੜੇ ਹੈ ਫਿਊਚਰ ਨੂੰ ਦੇਖ ਸਕਦੇ ਹਾਂ ਨੌਕਰੀਆਂ ਦਾ ਵਿਕਲਪ ਸਾਡੇ ਕੋਲ ਹੈਗਾ well BC ਵਿੱਚ ਸਾਨੂੰ ਪਤਾ ਜਿੰਨੇ ਇਕਨੋਮਿਸਟ ਆ ਸਾਰੇ ਸਾਨੂੰ ਦੱਸ ਰਹੇ ਆ ਵੀ ਸਾਡੀ ਪ੍ਰੋਬਲਮ ਜਿਹੜੀ BC ਵਿੱਚ ਹੈ ਡਿਫਰੈਂਟ ਹੋਣੀ ਆ ਡਿਫਰੈਂਟ ਪ੍ਰੋਵਿੰਸਸ ਨਾਲ ਸਾਡੀ ਚੈਲੰਜ ਹੋਣੀ ਆ ਸਾਡੇ ਕੋਲ ਜੌਬਸ ਜ਼ਿਆਦੀਆਂ ਤੇ ਲੋਕੀ ਘੱਟ ਆ That's the biggest challenge suddenly in the future. Already ਸਾਨੂੰ employers ਕਹਿ ਰਹੇ ਵੀ ਸਾਨੂੰ workers ਨਹੀਂ ਮਿਲ ਰਹੇ ਤੇ even ਜਿਹੜੇ wages ਆ in the last 4 years $5 an hour increase ਹੋਇਆ because ਉਹ demand ਬਹੁਤ build ਹੋ ਰਿਹਾ so in fact BC ਦੀ economy Canada ਵਿੱਚ ਅਸੀਂ lead ਕਰਾਂਗੇ ਤੇ in fact there'll be more jobs than ਜਿੰਨੇ ਲੋਕੀ ਹੈਗੇ ਆ so both challenges ਆ immigration ਬਹੁਤ ਹੀ ਇੰਪੋਰਟੈਂਟ ਹੋਊਗਾ ਚਾਈਲਡ ਕੇਅਰ ਸਾਨੂੰ ਪਤਾ ਵੀ ਮੋਰ ਐਂਡ ਮੋਰ women ਅਸੀਂ ਜੇ ਅਸੀਂ ਚਾਹੁੰਦੇ ਵਰਕਫੋਰਸ ਐਂਟਰ ਕਰਨ ਲਈ ਚਾਈਲਡ ਕੇਅਰ ਇਜ਼ ਇੰਪੋਰਟੈਂਟ ਤੇ ਆਲਸੋ ਸਕਿੱਲਸ ਟ੍ਰੇਨਿੰਗ ਬਿਕਾਜ਼ ਜਿਹੜੀਆਂ ਜੌਬਸ ਅਵੇਲੇਬਲ ਆ ਹਾਈ ਪੇਇੰਗ ਜੌਬਸ ਉਹਨਾਂ ਨੂੰ ਜਿਹੜੇ ਵਰਕਰਸ ਆ ਉਹਨਾਂ ਨੂੰ ਸਕਿੱਲਸ ਰਿਕੁਆਇਰਡ ਆ ਤੇ ਉਹ ਸਾਨੂੰ ਪ੍ਰੋਵਾਈਡ ਕਰਨੇ ਪੈਣੇ ਆ ਦੋਜ਼ ਆਰ ਦ ਮੇਨ ਫੋਕਸਿਸ ਗਵਰਨਮੈਂਟ ਲਈ ਜੀ ਰਵੀ ਜੀ ਜਿਹੜੀ ਸਟੈਟਿਕਸ ਕੈਨੇਡਾ ਦੀ ਰਿਪੋਰਟ ਹੈ ਬੇਸ਼ੱਕ ਉਹ ਓਵਰਆਲ ਕੈਨੇਡਾ ਦੇ ਵਿੱਚੋਂ ਆਈ ਹੈ ਜਿਹੜੀ ਕਿ ਪਰੇਸ਼ਾਨ ਕਰਨ ਵਾਲੀ ਹੈਗੀ ਹੈ ਤੁਹਾਨੂੰ ਲੱਗਦਾ ਹੈ ਕਿ ਓਵਰਆਲ ਜੇ ਅਸੀਂ ਇੱਥੇ BC ਦੀ ਗੱਲ ਨਾ ਕਰੀਏ ਓਵਰਆਲ ਕੈਨੇਡਾ ਦੀ ਵੀ ਗੱਲ ਕਰ ਲਈਏ ਤਾਂ ਕਿੰਨਾ ਕੁ ਸਮਾਂ ਤੁਹਾਨੂੰ ਲੱਗਦਾ ਵੀ ਇਸ ਕ੍ਰਾਈਸਿਸ ਦੇ ਵਿੱਚੋਂ ਅਸੀਂ ਬਾਹਰ ਆ ਸਕਦੇ ਹਾਂ ਨੋ ਡਾਊਟ ਪ੍ਰੋਵਿੰਸ ਟੂ ਪ੍ਰੋਵਿੰਸ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਦੇਖਣ ਨੂੰ ਤਾਂ ਮਿਲ ਹੀ ਰਿਹਾ ਹੈ Well, ਮੈਂ ਬਹੁਤ ਹੀ confident ਹਾਂ ਵੀ not only BC already ਅਸੀਂ good position ਵਿੱਚ ਹਾਂ ਪਰ all of Canada ਵਿੱਚ ਅਸੀਂ strong job recovery ਦੇਖਾਂਗੇ in the next few months. Ontario, Quebec ਜਿੱਥੇ ਸਭ ਤੋਂ ਜ਼ਿਆਦੀਆਂ job losses ਹੋਈਆਂ ਉਹਨਾਂ ਨੇ ਤੇ complete shutdown ਕੀਤਾ ਸੀ ਆਪਣੇ economy ਨੂੰ ਤਾਂ ਹੀ ਤੇ ਉਹਨਾਂ ਦੇ impact ਇੰਨਾ high ਆ BC ਵਿੱਚ ਅਸੀਂ ਸਭ ਤੋਂ least restrictions ਇੱਥੇ ਕੈਨੇਡਾ ਸਾਰੇ ਕੈਨੇਡਾ ਵਿੱਚ ਪ੍ਰੋਵਾਈਡ ਕੀਤੇ ਆ ਸੋ ਸਾਡੀ ਮੈਨੂਫੈਕਚਰਿੰਗ ਨਹੀਂ ਬੰਦ ਹੋਈ ਕੰਸਟਰਕਸ਼ਨ ਨਹੀਂ ਬੰਦ ਹੋਇਆ ਮੈਨੀ ਅਦਰ ਪ੍ਰੋਵਿੰਸ ਵਿੱਚ ਇਹ ਬਹੁਤ ਵੱਡਾ ਇਸ਼ੂ ਸੀ ਸੋ ਮੈਂ ਬਹੁਤ ਹੀ ਕੌਨਫੀਡੈਂਟ ਵੀ ਨਾਟ ਓਨਲੀ BC ਸਕਸੈਸਫੁਲ ਹੋਗੀ ਇਨ ਦ ਕਮਿੰਗ ਈਅਰਸ ਬਟ ਆਲਸੋ ਆਲ ਆਫ ਕੈਨੇਡਾ ਐਜ਼ ਵੈਲ ਅੱਗੇ ਵਾਸਤੇ ਕੀ ਪਲੈਨਿੰਗ ਹੋਰ ਹੈਗੀ ਨੇ ਐਜ਼ ਅ ਜੌਬ ਮਿਨਿਸਟਰ ਵੀ ਰਵੀ ਕਾਲੋ ਜੀ ਤੁਹਾਨੂੰ ਇਹ ਚੀਜ਼ ਜਾਣੀ ਜਾਵੇ ਤੁਹਾਡੇ ਕੋਲੋਂ ਤਾਂ ਅੱਗੇ ਕੀ ਪਲਾਨ ਹੈਗੇ ਨੇ BC ਦੇ ਵਾਸਤੇ ਹੋਰ ਕੁਝ ਵਿਕਲਪ ਨਜ਼ਰ ਆ ਰਹੇ ਨੇ biggest challenge ਸਾਡੇ ਲਈ ਇਹ ਆ ਵੀ right now ਜਿੰਨੇ ਵੀ ਸਾਡੇ projections ਆ ਇਹ ਸਾਨੂੰ ਦੱਸ ਰਹੇ ਵੀ BC ਵਿੱਚ ਜ਼ਿਆਦੀਆਂ jobs ਹੋਣੀਆਂ ਤੇ ਲੋਕੀ ਘੱਟ ਹੋਣੇ ਆ ਸੋ ਬਹੁਤ ਹੀ ਕੰਮ ਕਰਨਾ ਪੈਣਾ ਸਾਡੇ federal counterparts ਨਾਲ ਜਿਹੜੀ immigration streams ਨੂੰ improve ਕਰਨਾ ਪੈਣਾ because process is too complicated right now ਲੋਕੀ ਜਿਹੜੇ ਅਸੀਂ invite ਕਰ ਰਹੇ ਹਾਂ ਉਹਨਾਂ ਲਈ ਵੀ ਅਸੀਂ hard ਬਣਾ ਰਹੇ ਹਾਂ ਉਹ system change ਹੋਣਾ ਪੈਣਾ skills training ਬਹੁਤ ਹੀ ਇੰਪੋਰਟੈਂਟ ਹੋਣਾ for the next year so that ਜਿਹੜੇ ਲੋਕੀ ਚਾਹੁੰਦੇ ਆ better jobs ਲੈਣ ਲਈ ਉਹਨਾਂ ਲਈ skills and training opportunities ਹੋਣ so that ਉਹ jobs ਲੈ ਸਕੇ ਇਹ ਸਾਡਾ ਮੇਨ ਫੋਕਸ for the years ahead ਇਹ ਹੋਊਗਾ ਪਰ ਮੈਂ ਬਹੁਤ ਹੀ optimistic ਆ ਵੀ ਸਾਡੀ economy ਬਹੁਤ good shape ਵਿੱਚ ਆ ਤੇ in the years ahead ਵਿੱਚ ਵੀ ਹੋਊਗੀ ਜੀ BC ਦੇ ਵਿੱਚ ਕੀ ਕਹਿ ਸਕਦੇ ਆ ਰਵੀ ਕਾਲੋ ਜੀ ਕਿ ਕੋਈ ਖਾਸ ਕੈਟਾਗਰੀਜ਼ ਹੈਗੀਆਂ ਜਿਹਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਵੀ ਇਹ ਜਿਹੜੀਆਂ ਕੈਟਾਗਰੀਜ਼ ਹੈ ਇਹਨਾਂ ਨੂੰ ਸਭ ਤੋਂ ਪਹਿਲਾਂ ਭਰਨਾ ਜ਼ਰੂਰੀ ਹੈ ਜਿੱਥੇ ਵਰਕਰਾਂ ਦੀ ਇਸ ਵੇਲੇ ਲੋੜ ਹੈਗੀ ਹੈ Well, two sectors in particular. One, ਸਾਡੀ ਜਿਹੜੀ care economy ਹੈ so healthcare workers ਜਿਹੜੇ ਸਾਡੇ hospitals ਵਿੱਚ ਕੰਮ ਕਰਦੇ ਆ childhood educators ਜਿਹੜੇ child care centers ਵਿੱਚ ਕੰਮ ਕਰਦੇ ਆ so ਉਹ ਜਿਹੜੇ workers ਆ ਉਹਦੇ ਵਿੱਚ ਬਹੁਤ shortage ਆ ਤੇ right now lots of opportunities ਆ ਜੇ ਲੋਕੀ interested ਆ good paying jobs ਆ ਤੇ ਉੱਤੇ ਸਾਡਾ ਫੋਕਸ ਹੋਣਾ ਸੈਕੰਡ ਔਨ ਦ ਪ੍ਰਾਈਵੇਟ ਸੈਕਟਰ ਸਾਈਡ ਸਾਡਾ ਫੋਕਸ ਹੋਣਾ ਟੈਕ ਸੈਕਟਰ ਵਿੱਚ ਸਾਨੂੰ ਪਤਾ ਵੀ ਮੈਨੀ ਜੌਬਸ ਅਵੇਲੇਬਲ ਇਨ ਦ ਟੈਕ ਸੈਕਟਰ ਸਮ ਜਿੱਥੇ ਤੁਹਾਨੂੰ ਇੰਜੀਨੀਅਰਿੰਗ ਚਾਹੀਦੀ ਹੈ ਪਰ ਆਲਸੋ ਸਮ ਜੌਬਸ ਜੇ ਤੁਹਾਡੇ ਕੋਲ ਕੋਈ ਡਿਪਲੋਮਾ ਆ ਔਰ ਹਾਈ ਸਕੂਲ ਆ ਉਹ ਵੀ ਜੌਬਸ ਅਵੇਲੇਬਲ ਹੈਗੀਆਂ ਬਹੁਤ ਹੀ ਫਾਸਟ ਸੈਕਟਰ ਉਹ ਫਾਸਟ ਗਰੋ ਹੋ ਰਿਹਾ ਤੇ ਸਾਡਾ ਪਰਟੀਕੂਲਰ ਫੋਕਸ ਹੋਣਾ ਉਹ ਸੈਕਟਰ ਵਿੱਚ ਜੀ ਰਵੀ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਵੀ ਬੈਕਲੌਗ ਦੀ ਹਮੇਸ਼ਾ ਗੱਲ ਕੀਤੀ ਜਾ ਰਹੀ ਹੈ ਉਹ ਬੈਕਲੌਗ ਜੇ ਕਲੀਅਰ ਹੋ ਜਾਂਦਾ ਤੇ ਕਾਫੀ ਹੱਦ ਤੱਕ ਜਿਹੜੀਆਂ ਨੇ ਨੌਕਰੀ ਦੇ ਲਈ ਹੋਰ ਥਾਵਾਂ ਭਰੀਆਂ ਜਾ ਸਕਦੀਆਂ ਨੇ
Yes, I think we both ही important ਆ ਵੀ ਜਿਹੜਾ immigration backlog ਆ ਉਹ clear ਹੋਵੇ ਜਿੰਨਾ ਜਲਦੀ ਅਸੀਂ ਕਰ ਸਕੀਏ because right now employers ਸਾਨੂੰ ਕਹਿ ਰਹੇ ਆ ਅਸੀਂ ਜ਼ਿਆਦਾ ਲੋਕਾਂ ਨੂੰ hire ਕਰਨਾ ਚਾਹੁੰਦੇ ਆ ਪਰ ਲੋਕੀ ਨਹੀਂ ਮਿਲਦੇ jobs ਨਹੀਂ jobs ਹੈਗੀਆਂ ਪਰ workers ਨਹੀਂ ਹੈਗੇ so ਇਹ ਵੀ normally biggest problem economy ਚ ਹੁੰਦੀ ਹੈ ਵੀ ਤੁਹਾਡੇ ਕੋਲ ਜੌਬਾਂ ਨਹੀਂ ਹੈਗੀਆਂ ਤੇ ਲੋਕੀ ਹੈਗੇ ਆ ਸਾਡੇ ਕੋਲ ਪ੍ਰੋਬਲਮ ਆ ਸਾਡੇ ਕੋਲ ਜੌਬਾਂ ਹੈਗੀਆਂ ਲੋਕੀ ਨਹੀਂ ਹੈਗੇ ਪਰ ਇਹ ਵੀ ਬਹੁਤ ਇੰਪੋਰਟੈਂਟ ਆ ਵੀ ਜੇ ਅਸੀਂ ਨਹੀਂ ਐਡਰੈਸ ਕਰਦੇ ਸਾਡੀ ਇਕਨੋਮੀ 'ਚ ਬਹੁਤ ਇੰਪੈਕਟ ਹੋਊਗਾ ਸੋ ਇਮੀਗ੍ਰੇਸ਼ਨ ਚਾਈਲਡ ਕੇਅਰ ਤੇ ਸਕਿੱਲਸ ਟ੍ਰੇਨਿੰਗ ਬਹੁਤ ਹੀ ਇੰਪੋਰਟੈਂਟ ਆ ਇਨ ਦ ਈਅਰਸ ਅਹੈਡ ਜੀ ਰਵੀ ਜੀ 2021 ਦੇ ਮੁਕਾਬਲੇ ਜੇ ਅਸੀਂ ਦੇਖੇ ਜਾਈਏ 2022 ਦੀ ਰਿਪੋਰਟ ਹਾਲਾਂਕਿ ਅਸੀਂ ਤਾਂ ਸ਼ੁਰੂਆਤ ਦੇ ਵਿੱਚ ਹੀ ਇਹ ਰਿਪੋਰਟ ਦੇਖ ਰਹੇ ਹਾਂ ਕਿ ਬਹੁਤ ਚੰਗੀ ਆ ਰਹੀ ਹੈ ਜੇ ਜਨਵਰੀ ਦੀ ਰਿਪੋਰਟ ਦੇਖੀ ਜਾਏ ਤਾਂ ਕੀ ਕਿਹਾ ਜਾ ਸਕਦਾ ਤੁਸੀਂ ਦੋਵਾਂ ਨੂੰ ਕਿੱਥੇ ਤੱਕ ਰੱਖਦੇ ਹੋ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਇਹ ਬਦਲਾਅ ਆਇਆ ਤੇ ਇਸ ਸਾਲ ਅਸੀਂ ਉਸ ਕ੍ਰਾਈਸਿਸ ਵਿੱਚੋਂ ਬਾਹਰ ਆਉਣ ਜਾ ਰਹੇ ਹਾਂ Well, last year, ਅਸੀਂ ਆਪਣੀ 2021 ਵਿੱਚ ਅਸੀਂ ਆਪਣੀ economy right to pre-pandemic level ਤੱਕ ਪਹੁੰਚ ਗਏ ਸੀ in fact 30,000 people ਦੂਜੇ provinces ਤੋਂ BC ਵਿੱਚ move ਹੋਏ ਆ because ਉਹਨਾਂ ਨੂੰ ਪਤਾ ਵੀ ਇੱਥੇ opportunities ਹੈਗੀਆਂ right now so last year I think ਸਾਰੇ happy ਹੈ ਵੀ 2021 ਮੁੱਕ ਗਿਆ finish ਹੋ ਗਿਆ ਤੇ ਹੁਣ ਸਾਡਾ focus ਆ ਵੀ ਇਹ final few weeks of the pandemic ਜਿਹੜਾ ਹੁਣ Omicron it's a health focus ਰੱਖਣਾ ਪੈਣਾ ਤੇ then after that skills training child care and immigration ਇਹ ਸਾਡਾ main focus ਹੋਊਗਾ ਜੀ ਰਵੀ ਜੀ ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਵਨ ਮੈਗਜ਼ 2022 ਪਾਵਰ 50 ਲਿਸਟ ਦੇ ਵਿੱਚ ਤੁਹਾਡਾ ਨਾਮ ਆਇਆ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਕਿ ਤੁਹਾਡਾ ਉਸ ਵਿੱਚ ਨਾਮ ਆਇਆ ਨੋ ਡਾਊਟ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਅਚੀਵ ਕੀਤਾ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਸਾਡੀ ਕਮਿਊਨਿਟੀ ਦੇ ਜਿਹੜੇ ਨੁਮਾਇੰਦੇ ਹੁੰਦੇ ਚੁਣੇ ਗਏ ਉਹਨਾਂ ਦਾ ਨਾਮ ਇੰਨੇ ਵੱਡੇ ਪੱਧਰ ਦੇ ਉੱਤੇ ਜਦੋਂ ਲਿਆ ਜਾਂਦਾ ਟੌਪ 50 ਦੇ ਵਿੱਚ ਇਸ ਵੇਲੇ ਤੁਸੀਂ ਵੀ ਸ਼ਾਮਿਲ ਹੋ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਰਵੀ ਕਾਲੋ ਦੇ ਵਿੱਚ ਕਿਹੜੀਆਂ ਖਾਸ ਉਹਨਾਂ ਚੀਜ਼ਾਂ ਨੂੰ ਤਵੱਜੋ ਦਿੱਤੀ ਗਈ ਹੈ ਕਿ ਤੁਸੀਂ ਅੱਜ ਇਸ 50 ਦੀ ਲਿਸਟ ਵਿੱਚ ਆਏ ਹੋ Well, ਜਦੋਂ ਮੈਂ ਪਹਿਲਾਂ ਆਪਣੇ ਇਲੈਕਸ਼ਨ 'ਚ ਖੜਾ ਸੀ ਮੇਰਾ ਇਹ ਨਹੀਂ ਗੋਲ ਸੀ ਵੀ ਮੈਂ 50 ਪਾਵਰ ਲਿਸਟ ਤੇ ਕੋਈ ਜਾਣਾ ਚਾਹੁੰਦਾ ਮੇਰਾ ਗੋਲ ਸੀ ਵੀ ਕਮਿਊਨਿਟੀ ਨੂੰ ਇੰਪਰੂਵ ਕਰਨ ਲਈ ਤੇ ਆਪਣੇ ਕੰਸਟੀਚੁਐਂਟਸ ਨੂੰ ਸਰਵ ਕਰਨ ਲਈ ਸੋ ਇਹ ਹਾਲੇ ਵੀ ਮੇਰਾ ਸੇਮ ਫੋਕਸ ਆ ਤੇ ਜੇ ਪੀਪਲ ਕਹਿੰਦੇ ਵੀ that makes you powerful then ਮੇਰੇ ਜਿਹੜੇ ਕਮਿਊਨਿਟੀ ਪੀਪਲ ਉਹ ਮੈਨੂੰ ਅੱਗੇ ਕਰ ਰਹੇ ਸੋ ਸਾਰਾ ਕ੍ਰੈਡਿਟ ਉਹਨਾਂ ਪਿਛਲੇ ਲੰਬੇ ਸਮੇਂ ਤੋਂ ਰੂਸ ਯੂਕਰੇਨ ਤੇ ਪੱਛਮੀ ਦੇਸ਼ਾਂ ਦਾ ਮਾਮਲਾ ਲਗਾਤਾਰ ਚਰਚਾ ਦੇ ਵਿੱਚ ਰਿਹਾ ਉਹ ਸਾਰੇ ਮਾਮਲੇ ਦੇ ਵਿੱਚ ਇੱਕ ਹੋਰ ਅਪਡੇਟ ਹੁਣ ਆ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 올림픽 ਦੀ ਇਨੈਗੋਰੇਸ਼ਨ ਸੈਰਾਮਨੀ ਦੇ ਵਿੱਚ ਸ਼ੁੱਕਰਵਾਰ ਨੂੰ ਹਿੱਸਾ ਲੈਣ ਦੇ ਲਈ ਬੀਜਿੰਗ ਪਹੁੰਚੇ ਤੇ ਉਸ ਇਨੈਗੋਰੇਸ਼ਨ ਸੈਰਾਮਨੀ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਚੀਨ ਦੇ ਰਾਸ਼ਟਰਪਤੀ ਹੈ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਸਿੱਧਾ ਪੱਛਮੀ ਦੇਸ਼ਾਂ ਨੂੰ ਜਿਹੜਾ ਇੱਕ ਚੈਲੰਜ ਦਿੱਤਾ ਆ ਕਿ ਤੁਸੀਂ ਸਾਡੇ ਕੰਮਾਂ ਦੇ ਵਿੱਚ ਦਖਲ ਨਾ ਦੇਵੋ ਆਪਣੇ ਕੰਮਾਂ ਤੱਕ ਸੀਮਿਤ ਰਹੋ ਤੇ ਇਹ ਦੋਵੇਂ ਦੇਸ਼ ਇੱਕ ਤਰੀਕੇ ਦੇ ਨਾਲ ਇਕੱਠੇ ਹੋ ਗਏ ਹੁਣ ਇੱਕ ਪਾਸੇ ਚੀਨ ਤੇ ਰੂਸ ਆ ਤੇ ਦੂਜੇ ਪਾਸੇ ਸਾਰੇ ਪੱਛਮੀ ਤੇ ਇਹ ਜਿਹੜੇ ਯੂਰਪੀਅਨ ਕੰਟਰੀਜ਼ ਕੈਨੇਡਾ ਅਮਰੀਕਾ ਇਹਨਾਂ ਦੇ ਨਾਲ ਇਹ ਸਾਰੇ ਦੱਸੇ ਜਾ ਰਹੇ ਆ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਇਸ ਗੱਲ ਦੇ ਵਿੱਚ ਹਾਮੀ ਭਰੀ ਹੈ ਦੋਵਾਂ ਨੇ ਇੱਕ ਦੂਜੇ ਦੇ ਦੁੱਖ ਫੋਲਿਆ ਤੇ ਇਹ ਕਿਹਾ ਕਿ ਤੁਹਾਡੇ ਦੇਸ਼ ਦੇ ਵਿੱਚ ਵੀ ਅਮਰੀਕਾ ਦਖਲ ਦੇ ਰਿਹਾ ਤੇ ਸਾਡੇ ਦੇਸ਼ ਦੇ ਵਿੱਚ ਵੀ ਅਮਰੀਕਾ ਦਖਲ ਦੇ ਰਿਹਾ ਕੈਨੇਡਾ ਕੁਦਰਤੀ ਤੌਰ ਤੇ ਉਹਦੇ ਨਾਲ ਹੀ ਆ ਤੇ ਬਾਕੀ ਜਿਹੜੇ ਯੂਰਪੀਅਨ ਕੰਟਰੀਜ਼ ਉਹਨਾਂ ਨੂੰ ਵੀ ਇਹਦੇ ਵਿੱਚ ਉਹਨਾਂ ਨੇ ਜਿਹੜਾ ਇਹਦਾ ਸਿੱਧਾ ਨਾਂ ਲਿਆ ਆ ਇੱਕ ਤਰੀਕੇ ਦੇ ਨਾਲ ਤੇ ਨਾਲ ਹੀ ਇਹਨਾਂ ਨੇ ਤਾਈਵਾਨ ਦੀ ਜਿਹੜੀ ਕਿਸੇ ਵੀ ਆਜ਼ਾਦੀ ਜਾਂ ਸੁਤੰਤਰਤਾ ਆ ਉਹਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਮੁਲਾਕਾਤ ਕੀਤੀ ਉਹਦੇ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਹਨੇ ਦੁਨੀਆ ਦੀ ਰਾਜਨੀਤੀ ਦੇ ਵਿੱਚ ਥੋੜ੍ਹੀ ਜਿਹੀ ਇੱਕ ਹਲਚਲ ਮਚਾ ਦਿੱਤੀ ਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਰੂਸ ਵਨ ਚਾਈਨਾ ਦੇ ਸਿਧਾਂਤ ਦਾ ਸਮਰਥਨ ਕਰਦਾ ਬਦਲੇ ਵਿੱਚ ਚੀਨ ਨੇ ਵੀ ਕਿਹਾ ਕਿ ਯੂਕਰੇਨ ਦੇ ਮੁੱਦੇ ਉੱਤੇ ਉਹ ਅਮਰੀਕਾ ਦੇ ਸਾਥ ਜਿਹੜੇ ਅਮਰੀਕਾ ਦੇ ਨਾਲ ਚੱਲ ਰਿਹਾ ਇਹ ਟੈਨਸ਼ਨ ਆ ਇਹਦੇ ਵਿੱਚ ਰੂਸ ਦਾ ਸਮਰਥਨ ਕਰਦਾ ਸੋ ਤਾਈਵਾਨ ਜਿਹੜਾ ਵਨ ਚਾਈਨਾ ਦਾ ਸਿਧਾਂਤ ਇਸ ਤਰੀਕੇ ਨਾਲ ਕਿ ਉਧਰੋਂ ਤਾਈਵਾਨ ਅਲੱਗ ਹੋਣਾ ਚਾਹੁੰਦਾ ਤੇ ਚੀਨ ਕਹਿੰਦਾ ਅਸੀਂ ਇਹਨੂੰ ਅਲੱਗ ਨਹੀਂ ਹੋਣ ਦੇਣਾ ਤੇ ਇੱਧਰੋਂ ਰੂਸ ਦੇ ਨਾਲੋਂ ਯੂਕਰੇਨ ਅਲੱਗ ਹੋਣਾ ਚਾਹੁੰਦਾ ਜਾਂ ਅਲੱਗ ਹੋ ਚੁੱਕਾ ਤੇ ਅਲੱਗ ਰਹਿਣਾ ਚਾਹੁੰਦਾ ਇਹ ਕਹਿ ਰਹੇ ਕਿ ਅਸੀਂ ਇਹਨਾਂ ਨੂੰ ਅਲੱਗ ਨਹੀਂ ਹੋਣ ਦੇਣਾ ਸੋ ਦੁਨੀਆ ਦੀਆਂ ਦੋ ਕਹੀਆਂ ਜਾਂਦੀਆਂ ਮਹਾਸ਼ਕਤੀਆਂ ਦਾ ਮਿਲਣ ਹੋਇਆ ਤੇ ਯੂਕਰੇਨ ਦੇ ਸੰਕਟ ਦੇ ਉੱਤੇ ਇਹਨਾਂ ਦੀ ਗੱਲਬਾਤ ਹੋਈ ਆ 5300 ਸ਼ਬਦਾਂ ਦੇ ਲਗਭਗ ਕਹਿੰਦੇ ਇੱਕ ਲੰਬਾ ਦੋਵਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਇੱਕ ਦੂਜੇ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਗੱਲਬਾਤ ਕੀਤੀ ਆ ਤੇ ਘਰੇਲੂ ਮਾਮਲਿਆਂ ਦੇ ਵਿੱਚ ਉਹ ਕਹਿੰਦੇ ਅਸੀਂ ਕਿਸੇ ਵੀ ਦੇਸ਼ ਦਾ ਦਖਲ ਸਵੀਕਾਰ ਨਹੀਂ ਕਰਾਂਗੇ ਚੀਨ ਨੇ ਅਮਰੀਕਾ ਦੇ ਉੱਤੇ ਸਿੱਧਾ ਦੋਸ਼ ਲਾਇਆ ਕਿ ਇਹ ਹਾਂਗਕਾਂਗ ਦੇ ਵਿੱਚ ਦੰਗੇ ਭੜਕਾ ਰਿਹਾ ਨਾਲ ਹੀ ਤਾਈਵਾਨ ਦੀ ਜਿਹੜੀ ਆਜ਼ਾਦੀ ਆ ਉਹਦੇ ਮਾਮਲੇ ਦੇ ਉੱਤੇ ਕਹਿੰਦੇ ਉਹਨੂੰ ਜਾਣਬੁੱਝ ਕੇ ਤਾਈਵਾਨ ਨੂੰ ਇਹ ਹਵਾ ਦੇ ਰਿਹਾ ਕਿ ਤੁਸੀਂ ਚੀਨ ਦੀ ਧੌਂਸ ਨਾ ਮੰਨੋ ਤੇ ਰੂਸ ਕਹਿੰਦਾ ਵੀ ਅਮਰੀਕਾ ਸਾਡੇ ਵਾਲੇ ਪਾਸੇ ਯੂਕਰੇਨ ਦਾ ਸੰਕਟ ਵਧਾ ਰਿਹਾ 2 ਸਾਲ ਦੇ ਬਾਅਦ ਇਹ ਮਿਲੇ ਆ ਦੋਵੇਂ ਜਣੇ ਇਹਨਾਂ ਦਿਨਾਂ ਦੇ ਵਿੱਚ
ਯੂਕਰੇਨ ਦੇ ਵਿੱਚ ਜਿਹੜਾ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਲ ਕਰਨ ਦੇ ਵਿਰੋਧ ਦੇ ਵਿੱਚ ਪੁਤਿਨ ਆ ਤੇ ਅਮਰੀਕਾ ਦੇ ਸਾਰੇ ਦੇ ਸਮੇਤ ਬਾਕੀ ਦੇਸ਼ਾਂ ਦੇ ਨਾਲ ਟੱਕਰਾ ਹੋ ਰਿਹਾ। ਪੱਛਮੀ ਦੇਸ਼ ਇਸ ਸੰਕਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੁਲਝਾਉਣਾ ਚਾਹੁੰਦੇ ਆ ਤੇ ਹੁਣ ਇਹ ਕਿਹਾ ਜਾ ਰਿਹਾ ਕਿ 2 ਸਾਲਾਂ 'ਚ ਪਹਿਲੀ ਵਾਰ ਜਦੋਂ ਜਿਨਪਿੰਗ ਕਿਸੇ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਰੂਬਰੂ ਹੋਏ ਆ, ਮੰਨਿਆ ਇਹ ਜਾ ਰਿਹਾ ਕਿ ਇਹਦੇ ਵਿੱਚ ਰੂਸ ਤੇ ਚੀਨ ਦੇ ਸੰਬੰਧ ਹੋਰ ਜ਼ਿਆਦਾ ਗਹਿਰੇ ਹੋਏ ਆ। ਦੋਵੇਂ ਲੀਡਰਾਂ ਨੇ ਮੁਲਾਕਾਤ ਤੋਂ ਬਾਅਦ ਇਸ ਬਿਆਨ ਦੇ ਵਿੱਚ ਕਿਹਾ ਕਿ ਨਾਟੋ ਦੇਸ਼ ਜਿਹੜਾ ਸ਼ੀਤ ਜਿਹੜਾ ਉਹ ਕੋਲਡ ਵਾਰ ਵਾਲਾ ਇੱਕ ਸਮਾਂ ਸੀਗਾ, ਉਸ ਰਣਨੀਤੀ ਵਾਲੇ ਰਸਤੇ ਨੂੰ ਛੱਡ ਦੇਣ। ਲੱਖ ਸੈਨਿਕ ਇਹਨਾਂ ਨੇ ਯੂਕਰੇਨ ਦੇ ਬਾਰਡਰ ਦੇ ਉੱਤੇ ਰੂਸ ਨੇ ਤਾਇਨਾਤ ਕੀਤਾ ਆ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਚੀਨ ਤੇ ਰੂਸ ਦੋਨਾਂ ਦੇਸ਼ਾਂ ਦੇ ਜਿਹੜੇ ਇਹ ਰਣਨੀਤਿਕ ਸੰਬੰਧਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਆ। ਜਿਹੜੇ ਉੱਥੇ ਰੂਸ ਨੇ 1 ਲੱਖ ਸੈਨਿਕ ਉਧਰਲੇ ਪਾਸੇ ਲਾਇਆ ਬਾਰਡਰ ਦੇ ਉੱਤੇ ਤੇ ਅਮਰੀਕਾ ਨੇ ਇਹ ਸ਼ੱਕ ਆ ਕਿ ਕਿਤੇ ਇੱਦਾਂ ਨਾ ਹੋਵੇ ਕਿ ਰੂਸ ਯੂਕਰੇਨ ਦੇ ਉੱਤੇ ਹਮਲਾ ਕਰ ਦੇਵੇ। ਉਧਰ ਰੂਸ ਆਰੋਪ ਇਹ ਲਾਇਆ ਕਿ ਅਮਰੀਕਾ ਜਿਹੜਾ ਪੂਰਬੀ ਯੂਰਪ ਤੇ ਦੂਜੀਆਂ ਟੁਕੜੀਆਂ ਨੂੰ ਤਿਆਰ ਕਰਕੇ ਸਾਡੇ ਉੱਤੇ ਹਮਲਾ ਕਰ ਸਕਦਾ, ਸਾਨੂੰ ਖਤਰਾ ਹੈ ਤੇ ਇਸ ਕਰਕੇ ਟੈਨਸ਼ਨ ਵਧੀ ਹੈ। ਨਾਲ ਹੀ ਪੱਛਮੀ ਦੇਸ਼ਾਂ ਦੀ ਜਿਹੜੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਵੀ ਕੀਤੀ ਹੈ। ਸੋ ਇਹ ਦੂਜੀ ਗੱਲ ਜਿਹੜੀ ਇਹ ਸਾਰੀ ਮੁਲਾਕਾਤ ਸੀਗੀ ਪੁਤਿਨ ਤੇ ਜਿਨਪਿੰਗ ਦੀ, ਇਹਨੂੰ ਰੂਸ ਦੇ ਸਰਕਾਰੀ ਟੀਵੀ ਦੇ ਉੱਤੇ ਦਿਖਾਇਆ ਗਿਆ। ਪੁਨੀਤ ਜਿਹੜੇ ਪੁਤਿਨ ਨੇ ਉਹ ਰੈੱਡ ਕਾਰਪਟ ਤੇ ਜਿਨਪਿੰਗ ਦੇ ਨਾਲ ਉਹਦੇ ਉੱਤੇ ਮਿਲਣ ਦੇ ਲਈ ਅੱਗੇ ਵਧਦੇ ਆ, ਸਵਾਗਤ ਦੇ ਵਿੱਚ ਹੱਥ ਉਠਾਉਂਦੇ ਆ। ਜਿਨਪਿੰਗ ਦੇ ਜਿਹੜੇ ਦੁਭਾਸ਼ੀਆ ਆ ਉਹਨਾਂ ਦੀ ਮਦਦ ਨਾਲ ਕਹਿੰਦੇ ਕਿ ਮੈਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ ਤੇ ਮੈਂ ਜਿਹੜਾ ਇਸ ਮਾਮਲੇ ਦੇ ਵਿੱਚ ਚੀਨ ਨੇ ਅਮਰੀਕਾ ਤੇ ਨਾਟੋ ਦੇਸ਼ਾਂ ਦੇ ਖਿਲਾਫ ਰੂਸ ਦੇ ਪੱਖ ਦਾ ਸਿੱਧਾ ਸਮਰਥਨ ਕੀਤਾ ਹੈ। ਦੁਨੀਆ ਦੀਆਂ ਕਹੀਆਂ ਜਾਂਦੀਆਂ ਇਹ 2 ਵੱਡੀਆਂ ਤਾਕਤਾਂ ਦਾ ਆਪਸ ਦੇ ਵਿੱਚ ਮਿਲਣ, ਆਪਸ ਦੇ ਵਿੱਚ ਗੱਲਬਾਤ, ਭਾਵੇਂ ਇਹਨਾਂ ਨੇ ਜਿਹੜੀ ਬਹੁਤ ਸਾਰੀ ਬਿਜ਼ਨਸ ਦੇ ਉੱਤੇ ਵੀ ਗੱਲਬਾਤ ਕੀਤੀ ਹੈ, ਇਹਦਾ ਜ਼ਿਕਰ ਇਸ ਵੇਲੇ ਸਾਰੀਆਂ ਥਾਵਾਂ ਦੇ ਉੱਤੇ ਚੱਲ ਰਿਹਾ। ਚੀਨ ਵਿੰਟਰ 올림픽 ਦੇ ਵਿੱਚ ਕਮਿਊਨਿਸਟ ਪਾਰਟੀ ਸ਼ਾਸਨ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹਦੇ ਰੂਪ ਵਿੱਚ ਇਹਨੂੰ ਇਸਤੇਮਾਲ ਕਰ ਰਿਹਾ। ਸ਼ੁੱਕਰਵਾਰ ਰਾਤ ਨੂੰ ਇਹਦਾ ਉਦਘਾਟਨ ਹੋਇਆ ਉੱਥੇ ਤੇ ਇਹਦੀ ਮੁਲਾਕਾਤ ਤੋਂ ਕੁਛ ਘੰਟੇ, ਇਹ ਜਿਹੜੀ ਮੁਲਾਕਾਤ ਆ ਉਸ ਉਦਘਾਟਨ ਤੋਂ ਕੁਛ ਘੰਟੇ ਪਹਿਲਾਂ ਹੋਈ ਦੱਸੀ ਜਾਂਦੀ ਹੈ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਕਿਸ ਪਾਸੇ ਨੂੰ ਇਹਨਾਂ ਦੀ ਮਿੱਤਰਤਾ ਜਾਂਦੀ ਹੈ। ਅੱਜ ਇੱਕ ਹੋਰ ਖਬਰ ਬਹੁਤ ਪਰੇਸ਼ਾਨ ਕਰਨ ਵਾਲੀ ਹੈ। ਪਰੇਸ਼ਾਨ ਕਰਨ ਵਾਲੀ ਇਸ ਕਰਕੇ ਆ ਕਿ ਪੂਰੀ ਦੁਨੀਆ ਇਸ ਵੇਲੇ ਕੁਝ ਸ਼ਬਦਾਂ ਦੇ ਨਾਲ ਵਾਕਿਫ ਹੋ ਚੁੱਕੀ ਆ। ਵਾਇਰਸ, ਵੇਰੀਐਂਟ, ਇਸ ਤਰੀਕੇ ਦੇ ਮਿਊਟੇਸ਼ਨਸ। ਹੁਣ ਇੱਕ ਖਬਰ ਇਹ ਆ ਰਹੀ ਆ ਕਿ ਦੁਨੀਆ ਇਸ ਵੇਲੇ ਜਦੋਂ ਪੂਰੀ ਦੀ ਪੂਰੀ ਦੁਨੀਆ ਕਰੋਨਾ ਵਾਇਰਸ ਦੇ ਵੇਰੀਐਂਟ ਨਾਲ ਲੜਨ ਦੇ ਵਿੱਚ ਲੱਗੀ ਆ, ਦੂਜੇ ਪਾਸੇ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ ਜਾਣੀ ਕਿ HIV ਜਿਹਨੂੰ ਏਡਜ਼ ਕਹਿੰਦੇ ਆ, ਉਹਦਾ ਕਹਿੰਦੇ ਇੱਕ ਨਵਾਂ ਵੇਰੀਐਂਟ ਸਾਹਮਣੇ ਆ ਗਿਆ। ਨੀਦਰਲੈਂਡ ਦੇ ਵਿੱਚ ਵਿਗਿਆਨੀਆਂ ਨੇ HIV ਦੀ ਇੱਕ ਇੱਦਾਂ ਦੀ ਸੁਪਰ ਮਿਊਟੈਂਟ ਸਟ੍ਰੇਨ ਮਿਲੀ ਹੈ ਜਿਹੜੀ ਵਾਇਰਸ ਦੇ ਵਿੱਚ ਮੌਜੂਦ ਵੇਰੀਐਂਟ ਦੀ ਮੁਕਾਬਲੇ ਦੇ ਵਿੱਚ ਮਰੀਜ਼ ਨੂੰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਿਮਾਰ ਕਰਦੀ ਹੈ। HIV ਜਿਹਨਾਂ ਨੂੰ ਹੋ ਜਾਂਦਾ ਉਹਦੇ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੀ ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰਮ ਜਿਹਨੂੰ ਏਡਜ਼ ਕਹਿੰਦੇ ਆ, ਉਹਦੀ ਹਾਲਤ ਬਣ ਜਾਂਦੀ ਆ। ਵਾਇਰਸ ਆਮ ਤੌਰ ਦੇ ਉੱਤੇ ਜਿਹੜਾ ਅਸੁਰੱਖਿਅਤ ਯੋਨ ਸੰਬੰਧਾਂ ਦੇ ਨਾਲ ਫੈਲਦਾ ਆ, ਮਰੀਜ਼ ਦੇ ਸਰੀਰ ਦੇ ਵਿੱਚ ਮੌਜੂਦ CD4 ਨਾਂ ਦੇ ਇਮਿਊਨ ਸੈੱਲ ਨੂੰ ਖਤਮ ਕਰ ਦਿੰਦਾ ਆ। ਇਹਨਾਂ ਲੋਕਾਂ ਨੂੰ ਜ਼ੁਕਾਮ ਵਰਗੀ ਕੋਈ ਛੋਟੀ ਬਿਮਾਰੀਆਂ ਵੀ ਬਹੁਤ ਆਸਾਨੀ ਨਾਲ ਹੋ ਜਾਂਦੀ ਕਿਉਂਕਿ ਉਹਨਾਂ ਦਾ ਜਿਹੜਾ ਇਮਿਊਨ ਸਿਸਟਮ ਆ ਉਹ ਖਤਮ ਹੋ ਜਾਂਦਾ। ਇਸ ਵੇਲੇ ਫਿਲਹਾਲ HIV ਏਡਜ਼ ਦਾ ਕੋਈ ਵੀ ਪਰਮਾਨੈਂਟ ਇਲਾਜ ਦੁਨੀਆ ਕੋਲ ਨਹੀਂ ਆ, ਕੇਵਲ ਇਹਦੇ ਤੋਂ ਬਚਾਅ ਹੀ ਹੋ ਸਕਦਾ। ਤੇ ਹੁਣ ਨਵੀਂ ਜਿਹੜੀ ਇੱਕ ਸਟ੍ਰੇਨ ਆ ਜਦੋਂ ਸਾਹਮਣੇ ਆਈ ਹੈ ਤਾਂ ਉਹਦੇ ਨਾਲ ਚਿੰਤਾ ਪੈਦਾ ਹੋ ਗਈ ਆ। ਆਕਸਫੋਰਡ ਯੂਨੀਵਰਸਿਟੀ ਦੇ ਸਾਇੰਟਿਸਟਾਂ ਦੇ ਅਨੁਸਾਰ ਨਵੇਂ ਵੇਰੀਐਂਟ ਦਾ ਨਾਂ ਉਹਨਾਂ ਨੇ VB ਵੇਰੀਐਂਟ ਦੱਸਦੇ ਆ। ਫਿਲਹਾਲ ਨੀਦਰਲੈਂਡ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਇਹਦੇ ਨਾਲ ਜਿਹਨਾਂ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ CD4 ਸੈੱਲਜ਼ ਦੇ ਵਿੱਚ ਦੁੱਗਣੀ ਰਫ਼ਤਾਰ ਜਿਹੜੀ ਆ ਉਹ ਹੋ ਗਈ ਆ ਤੇ ਸਹੀ ਸਮੇਂ ਦੇ ਉੱਤੇ ਜਾਂਚ ਨਾ ਹੋਣ ਕਰਕੇ ਇਹਦੇ ਮਰੀਜ਼ਾਂ ਦੇ ਵਿੱਚ ਜਿਹੜੀ ਏਡਜ਼ ਦੀ ਸਟੇਜ ਆ ਜਿੱਥੇ ਜਾ ਕੇ ਇਹ ਬਿਮਾਰੀ ਬਣਦੀ ਆ ਉਹ ਜਲਦੀ ਆ ਸਕਦੀ ਆ। ਪਿਛੇ HIV ਵੇਰੀਐਂਟ ਦੇ ਨਾਲ ਜ਼ਿਆਦਾ ਏਡਜ਼ ਦੀ ਸਟੇਜ 6-7 ਸਾਲ ਬਾਅਦ ਮਤਲਬ ਆਉਂਦੀ ਸੀ। ਜਦੋਂ ਕਿਸੇ ਨੂੰ ਇਹ ਹੋ ਜਾਂਦਾ ਸੀ ਉਹ ਤੋਂ 6-7 ਸਾਲ ਬਾਅਦ ਇਹ ਜਾ ਕੇ ਏਡਜ਼ ਦੀ ਸਟੇਜ ਆਉਂਦੀ ਸੀ। ਤੇ ਹੁਣ ਕਹਿੰਦੇ ਜਿਹੜਾ ਇਹ ਨਵਾਂ ਸੁਪਰ ਮਿਊਟੇਸ਼ਨ ਤੋਂ ਬਾਅਦ ਇੱਕ ਨਵਾਂ ਵੇਰੀਐਂਟ ਸਾਹਮਣੇ ਆਇਆ VB, ਇਹਦੇ ਨਾਲ ਕਹਿੰਦੇ ਇਹ ਸਥਿਤੀ 2-3 ਸਾਲ ਦੇ ਵਿੱਚ ਹੀ ਸਾਹਮਣੇ ਆ ਸਕਦੀ ਹੈ। ਸੋ ਪਤਾ ਨਹੀਂ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰਲੇ ਪਾਸੇ ਨੂੰ ਗੱਲਬਾਤ ਜਾਣੀ ਹੈ, ਪਰ ਇਸ ਸਮੇਂ ਇਸ ਚੀਜ਼ ਨੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਪਰੇਸ਼ਾਨੀ ਪੈਦਾ ਕੀਤੀ। ਪਿਛਲੇ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਇੱਕ ਘਰ ਦੇ ਵਿੱਚ, ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਸੀ ਕਿ ਕੀ ਉਹਨਾਂ ਦਾ ਕਸੂਰ ਆ।
ਭੁਲੇਖੇ ਦੇ ਨਾਲ ਕਿਸੇ ਹੋਰ ਦਾ ਘਰ ਸਮਝ ਕੇ ਸ਼ਰੇਆਮ ਇੱਕ ਵਿਅਕਤੀ ਨੇ ਗੋਲੀਆਂ ਚਲਾਈਆਂ। ਗੋਲੀਆਂ ਚਲਾਉਂਦੇ ਨੇ ਦੂਜੇ ਹੱਥ ਦੇ ਨਾਲ, ਇੱਕ ਹੱਥ ਨਾਲ ਉਹ ਗੋਲੀਆਂ ਚਲਾ ਰਿਹਾ, ਦੂਜੇ ਹੱਥ ਨਾਲ ਉਹ ਵੀਡੀਓ ਬਣਾ ਰਿਹਾ। ਕਿਸੇ ਦਾ ਸਾਰਿਆਂ ਦਾ ਬਚਾਅ ਹੋ ਗਿਆ ਸੀ। ਇਸ ਮਾਮਲੇ ਦੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਸੀ। ਪੁਲਿਸ ਨੇ ਬਾਅਦ ਦੇ ਵਿੱਚ ਕਿਹਾ ਸੀ ਕਿ ਇਹ ਮਿਸਟੇਕਨ ਆਇਡੈਂਟੀਟੀ ਦਾ ਮਾਮਲਾ ਹੈ, ਭਾਵ ਇੱਥੇ ਗੋਲੀਆਂ ਉਹਨਾਂ ਨੇ ਕਿਸੇ ਹੋਰ ਦਾ ਘਰ ਸਮਝ ਕੇ ਚਲਾ ਦਿੱਤੀਆਂ। ਅੱਜ ਇੱਦਾਂ ਦੀ ਇੱਕ ਖਬਰ ਡੈਲਟਾ ਤੋਂ ਆਈ ਹੈ। ਡੈਲਟਾ ਦੇ ਵਿੱਚ ਸਰੀ ਦੇ ਨਾਲ ਲੱਗਦਾ ਸ਼ਹਿਰ ਡੈਲਟਾ, ਤੇ ਡੈਲਟਾ ਦੇ ਵਿੱਚ ਇੱਕ ਵਿਅਕਤੀ ਦੀ ਇਸ ਮਾਮਲੇ ਦੇ ਵਿੱਚ ਜਾਨ ਚਲੀ ਗਈ ਹੈ। ਅਸੀਂ ਇਸ ਵੇਲੇ ਖੜੇ ਹਾਂ ਡੈਲਟਾ ਦੇ ਵਿੱਚ 92 ਐਵਨਿਊ ਤੇ 118 ਸਟਰੀਟ ਦੇ ਉੱਤੇ। ਰਾਤੀ 2 ਵਜੇ ਇੱਥੇ ਇੱਕ ਵਾਰਦਾਤ ਹੋਈ ਆ। ਵਾਰਦਾਤ ਦੇ ਵਿੱਚ ਜਿਹੜੀ ਖਬਰ ਹੁਣ ਤੱਕ ਪਤਾ ਲੱਗ ਰਹੀ ਹੈ, ਇੱਕ ਵਿਅਕਤੀ ਦੀ ਮੌਤ ਹੋਈ ਆ, ਇੱਥੇ ਗੋਲੀ ਚੱਲੀ ਆ। 2 ਵਜੇ ਦੇ ਕਰੀਬ ਪੁਲਿਸ ਨੂੰ ਸੱਦਿਆ ਗਿਆ, ਜਿਹਦੇ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਇੱਕ ਵਿਅਕਤੀ ਜਿਹੜਾ ਉਹਦੇ ਗੋਲੀਆਂ ਲੱਗੀਆਂ, ਔਰ ਦੱਸਿਆ ਇਹ ਜਾ ਰਿਹਾ, ਪੁਲਿਸ ਇਹ ਕਹਿ ਰਹੀ ਆ ਕਿ ਇਹ ਟਾਰਗੇਟਡ ਸ਼ੂਟਿੰਗ ਸੀਗੀ। ਇਹ ਵਾਰਦਾਤਾਂ ਲਗਾਤਾਰ ਸਾਡੇ ਆਲੇ ਦੁਆਲੇ ਵਾਪਰ ਰਹੀਆਂ। 2 ਦਿਨ ਪਹਿਲਾਂ ਸਰੀ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ। ਜਿਸ ਤਰੀਕੇ ਦੇ ਨਾਲ ਉਹ ਪਰਿਵਾਰ ਬਚ ਗਿਆ ਇਸ ਮਾਮਲੇ ਦੇ ਵਿੱਚ, ਔਰ ਇਹਨੂੰ ਇਹ ਕਿਹਾ ਗਿਆ ਸੀ ਕਿ ਮਿਸਟੇਕਨ ਆਇਡੈਂਟੀਟੀ ਆ। ਉਹਦੇ ਤੋਂ ਬਾਅਦ ਡੈਲਟਾ ਜਿਹੜਾ ਕਿ ਆਮ ਤੌਰ ਦੇ ਉੱਤੇ ਬਹੁਤ ਸੇਫ ਸ਼ਹਿਰ ਮੰਨਿਆ ਜਾਂਦਾ, ਸਰੀ ਦੇ ਨਾਲ ਲੱਗਦਾ ਸ਼ਹਿਰ, ਅਕਸਰ ਲੋਕ ਇਸ ਗੱਲ ਦੀ ਉਦਾਹਰਨ ਦਿੰਦੇ ਆ ਕਿ ਸਿਰਫ 120 ਸਟਰੀਟ ਦੇ ਫਰਕ ਨਾਲ ਦੂਜੇ ਪਾਸੇ ਸਾਰਾ ਕਾਨੂੰਨ ਬਦਲ ਜਾਂਦਾ, ਬਹੁਤ ਸਾਰੇ ਜਿਹੜੇ ਕ੍ਰਾਈਮ ਆ ਉਹ ਘਟ ਜਾਂਦਾ। ਉੱਥੇ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਤਾਂ ਚਿੰਤਾ ਪੈਦਾ ਹੁੰਦੀ ਆ। ਡੈਲਟਾ ਪੁਲਿਸ ਡਿਪਾਰਟਮੈਂਟ ਇਸ ਵੇਲੇ ਉਹਨਾਂ ਦਾ ਮੇਜਰ ਕ੍ਰਾਈਮ ਯੂਨਿਟ ਇਹ ਕਹਿ ਰਿਹਾ ਕਿ ਜੇਕਰ ਕੋਈ ਵੀ ਕਿਸੇ ਨੂੰ ਇਨਫੋਰਮੇਸ਼ਨ ਇਹਦੇ ਬਾਰੇ ਹੋਵੇ, ਹਾਲਾਂਕਿ ਇਹਦੀ ਆਇਡੈਂਟੀਟੀ ਰਿਲੀਜ਼ ਨਹੀਂ ਕੀਤੀ ਗਈ, ਦੱਸਿਆ ਨਹੀਂ ਗਿਆ ਕਿ ਕੌਣ ਇਹਦਾ ਸੰਬੰਧ, ਕੀ ਕੋਈ ਗੈਂਗ ਕਨਫਲਿਕਟ ਦੇ ਨਾਲ ਆ, ਕਿਹੜੇ ਵਿਅਕਤੀ ਆ ਜਿਹਦੀ ਮੌਤ ਹੋਈ ਆ। ਪੁਲਿਸ ਲੋਕਾਂ ਨੂੰ ਇਸ ਵੇਲੇ ਬੇਨਤੀ ਕਰ ਰਹੀ ਹੈ ਕਿ ਜਿਹੜੀ 92 ਐਵਨਿਊ ਤੇ 118 ਸਟਰੀਟ ਦੇ ਉੱਤੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ, ਇੱਥੇ ਗੋਲੀ ਚੱਲੀ ਆ, ਕੋਈ ਵੀ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ 604 946 4411 ਦੇ ਉੱਤੇ ਪੁਲਿਸ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਦੱਸਣ। ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਕ੍ਰਾਈਮ ਦੇਖਦੇ ਹਾਂ, ਡੈਲਟਾ ਦੇ ਵਿੱਚ ਵੀ ਕ੍ਰਾਈਮ ਜਿਹੜਾ ਲਗਾਤਾਰ ਵੱਧ ਰਿਹਾ ਆ ਕਈ ਤਰ੍ਹਾਂ ਦਾ, ਚਾਹੇ ਉਹ ਆਟੋ ਥੈਫਟ ਹੋਵੇ, ਚਾਹੇ ਰੈਜ਼ੀਡੈਂਸ਼ੀਅਲ ਆ, ਚਾਹੇ ਟ੍ਰੈਫਿਕ ਵਾਇਓਲੇਸ਼ਨ ਆ, ਤੇ ਚਾਹੇ ਜਿਹੜਾ ਵਾਇਲੈਂਟ ਕ੍ਰਾਈਮ ਆ। ਵਾਇਲੈਂਟ ਕ੍ਰਾਈਮ 2020 ਦੇ ਮੁਕਾਬਲੇ ਜਦੋਂ ਅਸੀਂ 2021 ਦੇ ਵਿੱਚ ਦੇਖਦੇ ਹਾਂ ਤਾਂ 10% ਦੇ ਕਰੀਬ ਡੈਲਟਾ ਸਿਟੀ ਦੇ ਵਿੱਚ ਵਾਇਲੈਂਟ ਕ੍ਰਾਈਮ ਵਧਿਆ। ਅੱਜ ਇਹ ਇੱਕ ਚਿੰਤਾ ਵਾਲੀ ਗੱਲ, ਸ਼ੂਟਿੰਗ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ, ਡੈਲਟਾ 92 ਐਵਨਿਊ 118 ਸਟਰੀਟ। ਇਹਦੇ ਬਾਰੇ ਅਜੇ ਹੋਰ ਡਿਟੇਲਸ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਕਿ ਇਹਦੇ ਵਿੱਚ ਕੌਣ ਸ਼ਾਮਲ ਸੀ, ਦੋਸ਼ੀ ਕੌਣ ਨੇ, ਤੇ ਜਿਸ ਵਿਅਕਤੀ ਦੀ ਜਾਨ ਗਈ ਆ ਉਹ ਕੌਣ ਆ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।